ਹੈਲੋ ਸਟੂਡੈਂਟਸ, ਉਮੀਦ ਹੈ ਸਾਰੇ ਜਣੇ ਠੀਕ ਹੋਵੋਗੇ। ਕੱਲ੍ਹ ਬੇਟਾ ਜਿਹੜੀ ਤੁਹਾਨੂੰ PDF ਭੇਜੀ ਸੀ ਉਹਦੀ ਹਾਫ ਵੀਡੀਓ ਮੈਂ ਤੁਹਾਨੂੰ ਭੇਜ ਦਿੱਤੀ। ਉਸ ਤੋਂ ਬਾਅਦ ਜਿਹੜੀ ਨੈਕਸਟ ਹਾਫ ਹੈ ਉਹ ਆਪਾਂ ਅੱਜ ਕਰਾਂਗੇ। ਤਾਂ ਜਿਹੜਾ ਟੌਪਿਕ ਸੀ ਨੈਕਸਟ ਆਪਣੇ ਕੋਲ ਕੀ ਸੀਗਾ, ਉਹ ਹੈਗਾ ਸੀ ਐਪਰੈਂਟ ਵੇਟ ਆਫ ਏ ਮੈਨ ਇਨ ਏ ਲਿਫਟ ਔਰ ਐਲੀਵੇਟਰ। ਕੀ ਮਤਲਬ ਇਹਦਾ? ਇੱਕ ਆਦਮੀ ਜਦੋਂ ਇੱਕ ਲਿਫਟ ਪਤਾ ਸੀ ਫਿਲਮਾਂ 'ਚ TV 'ਚ ਦੇਖੀ ਹੋਊਗੀ, ਜਿਹਦੇ ਵਿੱਚ ਆਪਾਂ ਬੈਠ ਕੇ ਉੱਚੀਆਂ ਇਮਾਰਤਾਂ ਦੇ ਵਿੱਚ ਉੱਪਰ ਤੋਂ ਨੀਚੇ ਜਾਂਦੇ ਹਾਂ, ਹੈ ਨਾ। ਤਾਂ ਜਦੋਂ ਉਹ ਜਿਹੜੀ ਲਿਫਟ ਹੈ ਆਪਾਂ ਉਹਦੇ ਵਿੱਚ ਜਾਂਦੇ ਹਾਂ ਤਾਂ ਆਦਮੀ ਦਾ ਜਿਹੜਾ ਵੇਟ ਹੈ ਕੀ ਉਹਦੇ ਉੱਪਰ ਕੋਈ ਫਰਕ ਪੈਂਦਾ ਹੈ, ਕੀ ਉਹ ਓਨਾ ਹੀ ਰਹਿੰਦਾ ਕਿ ਉਹ 'ਚ ਕੋਈ ਚੇਂਜ ਆਉਂਦਾ? ਤਾਂ ਆਪਾਂ ਉਹਦੀ ਗੱਲ ਕਰਾਂਗੇ। ਆਪਾਂ ਸਪੋਜ਼ ਕਰੋ, ਕਹਿੰਦਾ ਇੱਕ ਮੈਨ ਹੈ ਸਟੈਂਡਿੰਗ ਔਨ ਏ ਵੇਇੰਗ ਮਸ਼ੀਨ। ਮੰਨ ਲਓ ਇੱਕ ਵੇਇੰਗ ਮਸ਼ੀਨ ਜਿਹਦੇ ਪਰ ਆਪਾਂ ਖੜ੍ਹ ਕੇ ਆਪਣਾ ਵੇਟ ਨੂੰ ਮੇਜਰ ਕਰਦੇ ਹਾਂ, ਐਲੀਵੇਟਰ 'ਚ ਪਈ ਆ ਉਹ। ਦਾ ਐਕਚੁਅਲ ਵੇਟ ਆਫ ਏ ਪਰਸਨ ਇਜ਼ mg। ਹੁਣ ਐਕਚੁਅਲ ਜਿਹੜਾ ਵੇਟ ਹੁੰਦਾ ਹੈ, ਫੋਰਸ ਦਾ ਫਾਰਮੂਲਾ ਆਪਣੇ ਨਿਊਟਨ ਦੇ ਸੈਕਿੰਡ ਲਾਅ ਤੋਂ ਕੀਤਾ ਸੀਗਾ, F = ma। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਜਿਹੜਾ ਸਾਡਾ ਵੇਟ ਹੁੰਦਾ ਹੈ, ਆਪਣੇ ਇਹ ਫਸਟ ਚੈਪਟਰ ਦੇ ਵਿੱਚ ਵੀ ਪੜ੍ਹਿਆ ਸੀਗਾ, ਜਿਹੜਾ ਵੇਟ ਹੁੰਦਾ ਹੈ ਫੋਰਸ ਹੀ ਹੁੰਦੀ ਹੈ, ਪਰ ਇੱਥੇ ਜਿਹੜਾ ਹੈਗਾ ma ਹੁੰਦਾ। ਵੈਸੇ ਜਿਹੜਾ ਹੌਰੀਜ਼ੈਂਟਲ ਮੋਸ਼ਨ ਹੁੰਦਾ ਉਹ 'ਚ ma ਲੈਂਦੇ ਹਾਂ। ਜਦੋਂ ਵਰਟੀਕਲ ਮੋਸ਼ਨ ਹੋਵੇ, ਮਤਲਬ ਜਦੋਂ ਮੋਸ਼ਨ ਅਗੇਂਸਟ ਗ੍ਰੈਵਿਟੀ ਹੋਵੇ, ਤਾਂ a ਦੀ ਜਗ੍ਹਾ 'ਤੇ ਸਾਡੇ ਕੋਲ ਸ਼ਬਦ ਆ ਜਾਂਦਾ mg। a ਵੀ ਐਕਸਲਰੇਸ਼ਨ ਹੈ, g ਵੀ ਐਕਸਲਰੇਸ਼ਨ ਹੈ, ਠੀਕ ਹੈ। ਤਾਂ ਇੱਥੇ ਜਿਹੜੀ ਫੋਰਸ ਹੈ ਉਹ ਕੋਈ ਵੈਸੇ ਫੋਰਸ ਹੁੰਦੀ ਹੈ ਐਕਸਟਰਨਲ, ਇੱਥੇ ਜਿਹੜੀ ਫੋਰਸ ਐਕਸਲਰੇਸ਼ਨ ਪੈਦਾ ਕਰ ਰਹੀ ਹੈ ਉਹ ਗ੍ਰੈਵੀਟੇਸ਼ਨਲ ਫੋਰਸ ਹੋ ਰਹੀ ਹੁੰਦੀ ਹੈ। ਤਾਂ ਉਹਦੇ a ਦੀ ਜਗ੍ਹਾ 'ਤੇ g ਆ ਜਾਂਦਾ ਹੈ। ਤਾਂ ਜਿਹੜਾ ਸਾਡਾ ਨਾਰਮਲ ਵੇਟ ਹੁੰਦਾ ਉਹ ਹੁੰਦਾ mg। ਮੰਨ ਲਓ ਅਸੀਂ ਖੜ੍ਹੇ ਹਾਂ ਕਿਸੇ ਲਿਫਟ ਦੇ ਵਿੱਚ ਵੇਇੰਗ ਮਸ਼ੀਨ ਦੇ ਉੱਪਰ, ਤਾਂ ਸਾਡਾ ਵੇਟ ਕਿੰਨੀ ਦਿਖਾਊਗੀ ਮਸ਼ੀਨ? ਦਿਖਾਊਗੀ mg। m ਫੋਰ ਮਾਸ, g ਫੋਰ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਦਿਸ ਐਕਟ ਔਨ ਦਾ ਵੇਇੰਗ ਮਸ਼ੀਨ ਵਿਚ ਆਫਰ a reaction R given by the reading of the weighing machine. This reaction exerted by the surface of contact on the person is apparent weight of the person। ਕੀ ਕਹੇ ਨੇ? ਜਿਹੜਾ ਸਾਡਾ ਵੇਟ ਹੈ ਉਹ ਵੇਇੰਗ ਮਸ਼ੀਨ 'ਤੇ ਲੱਗ ਰਿਹਾ। ਹੁਣ ਆਪਾਂ ਨਿਊਟਨ ਦਾ ਤੀਜਾ ਨਿਯਮ ਪੜ੍ਹਿਆ ਸੀ, ਥਰਡ ਲਾਅ ਆਫ ਨਿਊਟਨ ਪੜ੍ਹਿਆ ਸੀਗਾ। ਉਹਦੇ 'ਚ ਆਪਾਂ ਕੀ ਦੱਸਿਆ ਸੀ ਕਿ ਜੇ ਇੱਕ ਬੋਡੀ ਦੂਜੀ ਬੋਡੀ ਦੇ ਉੱਪਰ ਫੋਰਸ ਲਗਾਊਗੀ ਤਾਂ ਦੂਜੀ ਬੋਡੀ ਵੀ ਫਸਟ ਬੋਡੀ ਦੇ ਉੱਪਰ ਫੋਰਸ ਲਗਾਊਗੀ, ਓਨੀਓ ਲਗਾਊਗੀ ਬਟ ਆਪੋਜ਼ਿਟ ਡਾਇਰੈਕਸ਼ਨ 'ਚ। ਤਾਂ ਜਦੋਂ ਵੇਟ ਜਿਹੜਾ ਹੈਗਾ ਸਾਡਾ ਵੇਇੰਗ ਮਸ਼ੀਨ ਦੇ ਉੱਪਰ ਐਕਟ ਕਰਦਾ ਹੈ ਤਾਂ ਵੇਇੰਗ ਮਸ਼ੀਨ ਕੀ ਲਗਾਉਂਦੀ? ਸਾਡੇ ਨਤੀਜੇ ਵਜੋਂ R ਰਿਐਕਸ਼ਨ ਲਗਾਉਂਦੀ ਹੈ। ਅਤੇ ਉਹ ਰਿਐਕਸ਼ਨ ਕਿੰਨੀ ਹੁੰਦੀ ਹੈ? ਜਿੰਨੀ ਸਾਡੀ ਵੇਇੰਗ ਮਸ਼ੀਨ ਦੇ ਉੱਪਰ ਰੀਡਿੰਗ ਸ਼ੋ ਹੁੰਦੀ ਹੈ। ਮਤਲਬ ਜਿਹੜਾ ਸਾਨੂੰ ਰੀਡਿੰਗ ਸ਼ੋ ਹੋ ਰਹੀ ਹੈ ਵੇਇੰਗ ਮਸ਼ੀਨ ਦੇ ਉੱਪਰ, ਉਹ ਵੇਟ ਦੀ ਨਹੀਂ, ਉਹ ਨਾਰਮਲ ਰਿਐਕਸ਼ਨ ਦੀ ਹੈ। ਪਰ ਵੇਟ ਅਤੇ ਨਾਰਮਲ ਰਿਐਕਸ਼ਨ ਬਰਾਬਰ ਹੁੰਦੇ ਨੇ, ਇਸ ਕਰਕੇ ਆਪਾਂ ਕੀ ਮੰਨਦੇ ਹਾਂ? ਰੀਡਿੰਗ ਕਾਹਦੀ ਮੰਨਦੇ ਹਾਂ? ਵੇਟ ਦੀ। ਤਾਂ ਰਿਐਕਸ਼ਨ ਐਗਜ਼ਰਟਡ ਬਾਈ ਦਾ ਸਰਫੇਸ ਆਫ ਕੰਟੈਕਟ ਔਨ ਦਾ ਪਰਸਨ। ਤਾਂ ਜਿਹੜੀ ਰਿਐਕਸ਼ਨ ਲਗਾਈ ਜਾ ਰਹੀ ਹੈ ਸਰਫੇਸ ਆਫ ਕੰਟੈਕਟ, ਜਿੱਥੇ ਆਪਾਂ ਵੇਇੰਗ ਮਸ਼ੀਨ ਨੂੰ ਕੰਟੈਕਟ ਕਰ ਰਹੇ ਹਾਂ ਉਸ ਜਗ੍ਹਾ ਦੇ ਉੱਪਰ, ਔਨ ਦਾ ਪਰਸਨ ਇਜ਼ ਐਪਰੈਂਟ ਵੇਟ ਆਫ ਦਾ ਪਰਸਨ। ਉਹ ਕੀ ਸਾਡਾ ਵੇਟ ਹੈ, ਐਪਰੈਂਟ ਵੇਟ ਹੈ। ਵੀ ਸ਼ੈਲ ਨਾਓ ਡਿਸਕਸ ਹਾਊ R ਇਜ਼ ਰਿਲੇਟਡ ਟੂ mg ਇਨ ਦਾ ਫੋਲੋਇੰਗ ਡਿਫਰੈਂਟ ਕੇਸਿਸ। ਇਹਨੂੰ ਐਪਰੈਂਟ ਕਿਉਂ ਕਹਿ ਰਹੇ ਆਪਾਂ? ਕਿਉਂਕਿ ਉਹ ਸਾਡਾ ਐਕਚੁਅਲ ਵੇਟ ਨਹੀਂ ਹੈਗਾ, ਉਹ ਸਾਨੂੰ ਐਕਚੁਅਲ ਵੇਟ ਨਹੀਂ ਦਿਖਾ ਰਹੀ, ਉਹ ਸਾਡਾ ਰਿਐਕਸ਼ਨ ਦਿਖਾ ਰਹੀ ਹੈ। ਪਰ ਕਿਉਂਕਿ ਰਿਐਕਸ਼ਨ ਬਰਾਬਰ ਹੁੰਦਾ ਹੈ, ਇਸ ਕਰਕੇ ਆਪਾਂ ਵੇਟ ਕਹਿੰਦੇ ਹਾਂ। ਤਾਂ ਇਸ ਸ਼ਬਦ ਇਕੱਲਾ ਵੇਟ ਵਰਤਣ ਦੀ ਥਾਂ 'ਤੇ ਆਪਾਂ ਕੀ ਵਰਤਾਂਗੇ? ਐਪਰੈਂਟ ਵੇਟ। ਹੁਣ ਦੇਖੋ, ਵੈਨ ਦਾ ਐਲੀਵੇਟਰ ਇਜ਼ ਐਟ ਰੈਸਟ। ਹੁਣ ਸਾਡੇ ਕੋਲ ਕਈ ਕੇਸ ਬਣਦੇ ਨੇ। ਐਲੀਵੇਟਰ ਮਤਲਬ ਲਿਫਟ ਜਿਹੜੀ ਸਾਡੇ ਕੋਲ ਰੈਸਟ 'ਚ ਹੈ, ਠੀਕ ਹੈ। ਹੁਣ ਆਹ ਦੇਖੋ, ਆਹ ਫਸਟ ਕੇਸ ਹੈ, ਇਹਦੀ ਡਾਇਗਰਾਮ ਦੇਖੋ ਕਿ ਆਹ ਸਾਡੀ ਲਿਫਟ ਹੈ, ਠੀਕ ਹੈ। ਵੇਇੰਗ ਮਸ਼ੀਨ ਦੇ ਉੱਪਰ ਇੱਕ ਜਿਹੜਾ ਪਰਸਨ ਹੈ ਉਹ ਖੜ੍ਹਾ ਹੈ। ਤਾਂ ਵੇਟ ਕਿੱਧਰ ਨੂੰ ਲੱਗ ਰਿਹਾ ਹੈ? ਨੀਚੇ ਨੂੰ। ਵੇਟ ਲੱਗ ਰਿਹਾ ਹੈ ਨੀਚੇ ਨੂੰ, ਨਤੀਜੇ 'ਚ ਕੀ ਲੱਗੂਗੀ? ਉੱਪਰ ਨੂੰ ਨਾਰਮਲ ਰਿਐਕਸ਼ਨ ਲੱਗੂਗੀ। ਹੁਣ ਇੱਥੇ ਜਿਹੜੀ ਮਸ਼ੀਨ ਹੈ ਉਹ ਖੜੀ ਹੈ, ਜਿਹੜੀ ਲਿਫਟ ਹੈ ਉਹ ਖੜੀ ਹੈ, ਤਾਂ ਐਕਸਲਰੇਸ਼ਨ ਕਿੰਨਾ ਹੋਊਗਾ? ਹੁਣ ਇੱਥੇ ਐਕਸਲਰੇਸ਼ਨ, ਉਰੇ A ਸ਼ਬਦ ਲਿਖਿਆ ਮੈਨੇ, ਇੱਥੇ ਵੇਟ ਕਿੰਨਾ ਸੀ? mg। ਇੱਥੇ ਐਕਸਲਰੇਸ਼ਨ A ਸ਼ਬਦ ਲਿਖਿਆ। ਇਹ ਐਕਸਲਰੇਸ਼ਨ ਕਾਹਦਾ ਹੈ? ਇਹ ਐਕਸਲਰੇਸ਼ਨ ਲਿਫਟ ਦਾ ਹੈ। ਲਿਫਟ ਕਿ ਲਿਫਟ ਚੱਲ ਰਹੀ ਹੈ ਜਾਂ ਖੜੀ ਹੈ। ਤਾਂ ਸਾਨੂੰ ਪਤਾ ਕਿ ਸਾਡੀ ਜਿਹੜੀ ਲਿਫਟ ਹੈ ਉਹ ਖੜੀ ਹੈ। ਤਾਂ ਜਦੋਂ ਖੜੀ ਚੀਜ਼ ਦਾ ਐਕਸਲਰੇਸ਼ਨ ਕਿੰਨਾ ਹੁੰਦਾ ਹੈ? ਖੜੀ ਚੀਜ਼ ਦਾ ਐਕਸਲਰੇਸ਼ਨ ਹੁੰਦਾ 0, ਠੀਕ ਹੈ। ਤਾਂ ਐਕਸਲਰੇਸ਼ਨ ਆਫ ਏ ਪਰਸਨ ਇਜ਼ 0। ਲਿਫਟ ਦਾ ਐਕਸਲਰੇਸ਼ਨ 0 ਮਤਲਬ ਪਰਸਨ ਦਾ ਵੀ ਕੀ ਹੋਊਗਾ? 0 ਹੋਊਗਾ, ਕਿ ਪਰਸਨ ਕਿਹਦੇ ਵਿੱਚ ਹੈ? ਲਿਫਟ ਦੇ ਵਿੱਚ ਹੈ। ਨੋ ਨੈਟ ਫੋਰਸ ਔਨ ਦਾ ਪਰਸਨ F = 0। ਇਹਦਾ ਮਤਲਬ ਉਹਦੇ ਪਰ ਕਿੰਨੀ ਫੋਰਸ ਲੱਗ ਰਹੀ ਹੈ? ਨੈਟ ਫੋਰਸ ਕਿੰਨੀ ਲੱਗ ਰਹੀ ਹੈ? 0। ਕਿਉਂ? F = ਕਾਹਦੇ ਬਰਾਬਰ ਹੁੰਦਾ ਹੈ? ma। A ਕੀ ਹੈ? 0। ਯਾਨੀ ਕਿ ਫੋਰਸ ਕਿੰਨੀ ਲੱਗ ਰਹੀ ਹੈ ਉਹਦੇ ਉੱਪਰ? 0। ਤਾਂ ਹੁਣ ਦੇਖੋ, ਦੈਟ ਇਜ਼ R - mg = 0। ਹੁਣ ਇਹ ਕਿਉਂ ਲਿਖਿਆ ਨੇ R - mg = 0?
कल भी आपां गल कीती सी कि जिहड़ी उपर नूं फोर्स लग रही है जां नीचे नूं लग रही है, दोहां दा जोड़ आर प्लस डबल इज इक्वल टू की है 0। दो फोर्सिस जिहड़ियां लगदियां ने इक्वल ते ओपोजिट हुंदियां ने, दोनों का जिहड़ा जोड़ हुंदा 0 हुंदा। आर तो आर रह गया, डबल की है माइनस एम जी। माइनस क्यों शब्द माइनस क्यों लगी है, क्योंकि दोनों की डायरैक्शन की है ओपोजिट है। तो आर काहदे बराबर आ गया एम जी। तो यह मतलब जो मशीन सानू रीडिंग दिखा रही है वो आर की दिखा रही है, तो काहदे बराबर है एम जी के बराबर है। सो एपरेंट वेट इज इक्वल टू द एक्चुअल वेट। आर बराबर है एम जी, मतलब जो एपरेंट वेट है वो असली वेट के की है बराबर है। एपरेंट, मैं फिर दोबारा कह रहा एपरेंट वेट असी शब्द क्यों यूज़ कर रहे हैं, क्योंकि सानू जी मशीन है वो वेट की वैल्यू नहीं दे रही, वो सानू रिएक्शन की वैल्यू दे रही है। पर जो साडी लिफ्ट खड़ी है तो आर तो वेट की आ रहे हैं बराबर आ रहे हैं। इसका मतलब साडा एक्चुअल वेट तो जो साडा एपरेंट वेट है वो की है बराबर है। हुण की करते हैं आप, अगला केस कंसीडर करते हैं। वैन द एलीवेटर इज मूविंग यूनीफॉर्मली इन अपवर्ड और डाउनवर्ड डायरैक्शन। हुण साडा लिफ्ट या तो उपर नूं जा रही है जां लिफ्ट जाऊगी नीचे नूं, तो उहदे अकॉर्डिंग आपां देखांगे भी की वेट के उपर की असर पऊगा। देखो अगेन यूनीफॉर्म मोशन एक्सलरेशन ऑफ ए परसन इज 0। हुण इत्थे शब्द की वरते ने यूनीफॉर्म मोशन। यूनीफॉर्म मोशन की आपां तुहानूं पहले ही गल कर चुके कि यूनीफॉर्म मोशन के विच एक्सलरेशन की हुंदा है 0 हुंदा है। तो जे एक्सलरेशन 0 आ गया तो फिर अपने को उही केस आ जाऊगा आर इज इक्वल टू एम जी। फिर उही, क्योंकि फोर्स का, क्योंकि फिर फोर्स कोई फोर्स नहीं लगनी, कोई एक्सट्रा फोर्स उहदे पर नहीं लगनी। क्यों नहीं लगनी, क्योंकि यूनीफॉर्म के मोशन के विच एक्सलरेशन दोबारा फिर की हो जाऊगा 0 हो जाऊगा। तो फिर दोबारा साडे कोल की आ जाऊगा आर इज इक्वल टू एम जी आ जाऊगा। मतलब एपरेंट वेट इज इक्वल टू एक्चुअल वेट ऑफ द परसन। सो दिस इज शोन इन द केस 9A। तो 9A ਦੇ ਵਿੱਚ 9A फिगर ਜਿਹੜੀ ਹੈਗੀ ਹੈ ਉਹ ਪਹਿਲੇ ਦੀ ਵੀ ਹੈ ਦੂਜੇ ਦੀ ਵੀ ਹੈ ਕਿ ਦੋਨੋਂ ਦੇ ਕੇਸਾਂ ਵਿੱਚ ਐਕਸਲਰੇਸ਼ਨ ਕੀ ਆ ਰਿਹਾ 0 ਆ ਰਿਹਾ। ਹੁਣ ਤੀਜਾ ਕੇਸ, ਵੈਨ ਐਲੀਵੇਟਰ ਇਜ਼ ਐਕਸਲਰੇਟਿੰਗ ਅਪਵਰਡ। ਹੁਣ ਐਲੀਵੇਟਰ ਜਾਂ ਲਿਫਟ ਕਿੱਧਰ ਨੂੰ ਜਾ ਰਹੀ ਹੈ, ਉੱਪਰ ਨੂੰ ਜਾ ਰਹੀ ਹੈ। ਐਕਸਲਰੇਟਿੰਗ ਦਾ ਮਤਲਬ ਕੀ ਹੋ ਗਿਆ ਕਿ ਉਹਦਾ ਐਕਸਲਰੇਸ਼ਨ ਹੈਗਾ ਹੁਣ, ਠੀਕ ਹੈ। ਹੁਣ ਕਹਿੰਦਾ ਸਪੋਜ਼ ਕਰੋ यूनीफॉर्म ਅਪਵਰਡ ਐਕਸਲਰੇਸ਼ਨ, ਕਿੰਨਾ ਐਕਸਲਰੇਸ਼ਨ ਹੈ A ਹੈ। A ਐਕਸਲਰੇਸ਼ਨ ਦੇ ਨਾਲ ਲਿਫਟ ਕਿੱਧਰ ਨੂੰ ਜਾ ਰਹੀ ਹੈ, ਉੱਪਰ ਨੂੰ ਜਾ ਰਹੀ ਹੈ। ਤਾਂ ਉਹਦੇ ਪਰ फोर्स लगूगी, एक फोर्स लगूगी एम ए। हुणे फोर्स की डायरैक्शन किधर नूं होगी, देखो जे लिफ्ट उपर नूं जा रही है तो फोर्स की डायरैक्शन भी किधर नूं होनी है, उपर नूं होगी, ठीक है। तो इसलिए नैट अपवर्ड फोर्स ऑन द परसन, तो परसन के उपर कितनी अपवर्ड फोर्स लगूगी एफ इज इक्वल टू एम ए। तो एज फ्रॉम द क्लीयर कहना फिगर 3A9B, आ देखो आ 9B जी फिगर दिखा रखी है, ये की है हुण लिफ्ट उपर नूं जा रही है, एक्सलरेशन ए दे नाल लिफ्ट जिहड़ी हैगी है वो उपर नूं जा रही है। तो उपर नूं लगन वालियां, देखो उपर नूं लगन वालियां दो फोर्स हो गई। एक तो फोर्स डबल सी नीचे नूं लग रहा सी उहदा वेट, एक नॉर्मल डायरैक्शन लग रही सी उपर नूं, इत्थे नॉर्मल डायरैक्शन नूं R1 नाम दिता है। हुण इत्थे उपर नूं लिफ्ट दे जाण करके एक फोर्स लग रही है एक्सट्रा एम ए। तो मतलब उपर नूं लगन वालियां फोर्स 2 ने, ठीक है। एफ उपर नूं लगन वालियां फोर्स 2 ने, नीचे नूं लगन वाली फोर्स की है 1 है। तो साडे कोल जिहड़ी फोर्स एफ लग रही है, हुण पहला केस तो की सीगा रिएक्शन ते वेट की सी बराबर सी जो लिफ्ट ना तो ज़्यादा खड़ी सी जां जेकर वो यूनीफॉर्म मोशन नाल जा रही सी। हुण एक नैट फोर्स लग रही है, नैट फोर्स एफ। पहला दो फोर्सिस सीगियां आर ते डबलयू, तो दोनों दे विचों पहला अपने उरे लिखा सीगा दोनों फोर्सिस का जोड़ आर प्लस डबलयू की है 0, क्योंकि दोनों इक्वल तो ओपोजिट सीगियां। पर इत्थे हुण एक नैट फोर्स लग रही है, तो मतलब आर माइनस जिहड़ा डबलयू है हुण वो काहदे बराबर है एफ के बराबर है। हुण वो 0 नहीं हैगा, ठीक है। हुण उहनूं आपां 0 नहीं कहांगे, ठीक है जी। तो आर की है R1, डबलयू की है एम जी बराबर है एफ। तो एम जी नूं आपां इधर चक लईए तो की बन जूगा R1 बराबर है एम जी प्लस एफ, आर बराबर है एम जी प्लस एफ। तो इत्थे एम जी एफ का मुल की है एम ए, एम की आ गया साझा जी प्लस ए बराबर है R1। हुण तुसीं इहनूं ध्यान नाल देखो इस रिलेशन नूं। पहला साडे कोल की सीगा आर बराबर डबलयू,
ਇੱਥੇ ਕੀ ਹੁਣ आर बराबर है एम जी प्लस एम ए आ चीज़ एक्स्ट्रा आ गई, आ फालतू आ गई। ਇਹਦਾ मतलब की हो गया, ਪਹਿਲਾਂ ਤਾਂ ਸਾਨੂੰ ਜਿਹੜੀ ਵੇਇੰਗ ਮਸ਼ੀਨ ਰੀਡਿੰਗ ਦਿੰਦੀ ਹੈ ਉਹ ਰੀਡਿੰਗ ਕਾਹਦੀ ਹੁੰਦੀ ਹੈ, ਨੋਰਮਲ ਡਾਇਰੈਕਸ਼ਨ ਦੀ। ਤਾਂ ਇਹਦਾ ਮਤਲਬ ਨੋਰਮਲ ਡਾਇਰੈਕਸ਼ਨ ਇਸ ਕੇਸ 'ਚ ਆ ਸਾਡਾ ਅਸਲੀ ਵੇਟ ਸੀਗਾ ਐਮ ਜੀ, ਉਹਦੇ ਵਿੱਚ ਕੁਝ ਹੋਰ ਜੁੜ ਗਿਆ ਐਮ ਏ, ਤਾਂ ਆ ਆਰ ਕੀ ਹੁੰਦਾ ਸਾਡਾ ਐਪਰੈਂਟ ਵੇਟ। ਤਾਂ ਮਤਲਬ ਸਾਡੀ ਜਿਹੜੀ ਵੇਇੰਗ ਮਸ਼ੀਨ ਸਾਨੂੰ ਰੀਡਿੰਗ ਦਿਖਾਊਗੀ ਉਹ ਸਾਡੇ ਅਸਲੀ ਵੇਟ ਦੇ ਨਾਲ ਕੁਝ ਐਡ ਕਰਕੇ ਦਿਖਾਊ। मतलब एपरेंट वेट जिहड़ा हैगा बिकम मोर दैन द एक्चुअल वेट वैन एलीवेटर एक्सलरेटिंग अपवर्ड। मतलब जेकर असीं एक लिफ्ट दे विच खड़ के अपना भार तोलण दी कोशिश करांगे तो जेकर मेरा भार मान लो 50 हैगा तो लिफ्ट जिहड़ी हैगी जे उपर नूं जा रही है एक्सलरेशन मोशन दे नाल तां साड मेरा भार जिहड़ा 50 नालों वध दिखाऊगी, ज़्यादा दिखाऊगी। क्यों दिखाऊगी? लिफ्ट दे अपवर्ड मोशन करके। ठीक है, लिफ्ट दे अपवर्ड मोशन करके। हाँ जी, अगला केस वैन एलीवेटर इज़ एक्सलरेटिंग डाउनवर्ड। हुण की हो गया, किधर नूं जा रही है मशीन, लिफ्ट नीचे नूं आ रही है। हुण लिफ्ट जिहड़ी है वो नीचे नूं मूव कर रही है, तो नीचे नूं मूव करूगी हुई एक्सलरेशन पैदा हो गया ए, फोर्स लगूगी एफ इज इक्वल टू एम ए। हुण एफ काहदे बराबर आऊगा, हुण इत्थे की है साडे कोले अपने कोल सी आर माइनस जी आर माइनस डबलयू बराबर है एफ। हुण इत्थे ना एक थोड़ा जिहा चेंज है, इत्थे ने लिखा होया है एफ बराबर है एम जी माइनस आर टू। इत्थे रिएक्शन नूं आर टू मान लिया, ये पहला आर अगे सी एम जी पिछे सी, हुण एम जी अगे आ गया आर टू पिछे आ गया। कारण क्योंकि एफ जिहड़ा पैदा होया उहदी डायरैक्शन नीचे नूं है, उल्ट है, माइनस है। ठीक है, तो उस माइनस करके एम जी जिहड़ा हैगा वेट अगे आ गया तो नॉर्मल डायरैक्शन की चली गई, पिछे चली गई। तो आर की वैल्यू जेकर आप भर दईए, आर की वैल्यू की है एम ए, एम की आ गया विचों साझा आ गया जी माइनस ए, जां इसनूं आपां ध्यान नाल देखीए एम जी माइनस एम ए साडा जिहड़ा एफ है एम जी माइनस एम ए इहदे बराबर आ रहा है। ठीक है, जानू तुसीं इस तरह कर लो, दोबारा कर रहा मैं। एफ बराबर है सॉरी आर बराबर है एफ बराबर है एम जी माइनस आर टू। हुण मैं आर टू एक पासे रख लेना, इनू इधर ले जाना, इनू इधर ले आना। आर टू बराबर है एम जी माइनस एफ, एफ एफ की वैल्यू की है एम जी माइनस एम ए। जे इसनूं आपां ध्यान नाल देखीए तो आ चीज़ की है साडा एपरेंट वेट, आ साडा की है एक्चुअल वेट। इहदे विचों कोई चीज़ माइनस हो रही है कितनी एम ए, तो एक्चुअल वेट मेरा एम जी है, एम जी दे विचों कुछ चीज़ माइनस होके मेरे को बच रहा है आर टू। मशीन सानू काहदी रीडिंग दिंदी है आर टू रिएक्शन दी। ਇਹਦਾ मतलब जिहड़ा रिएक्शन आ रही है, रिएक्शन की वैल्यू आ रही है वो एक्चुअल वेट दे विचों कुछ घट के आ रही है। मतलब जिहड़ा मशीन मैनू वेट की वैल्यू दिखाऊगी, नॉर्मल रिएक्शन की वैल्यू दिखाऊगी, वो एक्चुअल वेट नालों की दिखाऊगी, घट दिखाऊगी। मतलब जेकर मशीन नीचे नूं आ रही है तो मैनू अपना भार है जिहड़ा वो घटिया होया महसूस होगा। जे मशीन उपर नूं जा रही है एक्सलरेशन मोशन दे नाल तो मैनू अपना भार वधिया होया महसूस हुंदा है। ठीक है, अगला केस इन द फ्री फॉल ऑफ ए लिफ्ट। हुण जे लिफ्ट की है वो फ्री फॉल हो जाए, जिवें आपां किसी चीज़ नूं उपरों ड्रॉप कर दिंदे, जिवें मेरे हाथ 'च एक गेंद होवे उहनूं मैं उपरों उचाई तो छड्डदा, उहनूं बोलांगे आपां फ्री फॉल। तो फ्री फॉल दे विच की हो जाता है ए ते जी की हो जाते हैं बराबर हो जाते हैं। हुण तुसीं ध्यान नाल देखो ए ते जी जेकर बराबर हो जाणगे तो उरे देखो की है आर टू बराबर है एम जी माइनस उरे सीगा एम ए की थां ते की भरता मैंने जी भरता, तो दोनों सेम ने, तो आंसर आ गया 0। तो मतलब मेरी जी मशीन है वो की दिखाऊगी नॉर्मल रिएक्शन, मेरा वेट कितना दिखाऊगी 0, तो मेरा एपरेंट वेट की आऊगा वो 0 शो होगा। तो एपरेंट वेट ऑफ ए परसन बिकम 0 और ए परसन बिकम वेटलैस इन फ्री फॉल। इस करके जोड़े व्यक्ति जो उचाई तो छाल लगाते हैं तो फ्री फॉल से जाके उन्होंने पर जी जो वेट है उन्होंने अपने आप को वेटलैस महसूस करते हैं। नोट दैट वेटलैसनैस इज़ फैल्ट ओनली बिकॉज द फोर्स ऑफ रिएक्शन बिटवीन द person and the plane with which the it is contact vanish for result
ਰੈਫਰ ਟੂ ਕਰਨਾ ਯੂਨਿਟ ਨੰਬਰ 6 ਤੋਂ ਆਪਾਂ ਅੱਗੇ ਕਰਾਂਗੇ। ਤਾਂ ਮਤਲਬ ਕੀ ਹੈ, ਕਹਿੰਦਾ ਜਿਹੜਾ ਸਾਡੀ ਵੇਟਲੈਸਨੈਸ ਜਿਹੜੀ ਹੈਗੀ ਹੈ ਸਾਨੂੰ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਨੋਰਮਲ ਰਿਐਕਸ਼ਨ ਕੀ ਹੋ ਜੇ, ਵੈਨ ਨੋਰਮਲ ਰਿਐਕਸ਼ਨ ਫੋਰਸ ਆਫ ਨੋਰਮਲ ਰਿਐਕਸ਼ਨ ਕੀ ਹੋ ਜੇ, ਉਹ 0 ਹੋ ਜੇ, ਵੈਨਿਸ਼ ਹੋ ਜਾਏ। ਵੈਨਿਸ਼ ਮਤਲਬ ਖਤਮ ਹੋ ਜਾਏ, 0 ਹੋ ਜਾਏ। ਤਾਂ ਇਸ ਕੇਸ ਸਾਡੇ ਕੋਲ ਕੀ ਹੈ, R ਬਰਾਬਰ 0 ਆ ਗਿਆ। ਜੇ R 0 ਆ ਗਿਆ ਮਤਲਬ ਸਾਡੀ ਜਿਹੜੀ ਵੇਇੰਗ ਮਸ਼ੀਨ ਹੈ ਉਹ ਸਾਡਾ ਕੀ ਦਿਖਾਊਗੀ, ਵੇਟ 0 ਦਿਖਾਊਗੀ। ਵੈਨ ਏ ਡਾਊਨਵਰਡ ਐਕਸਲਰੇਸ਼ਨ ਇਜ਼ ਗ੍ਰੇਟਰ ਦੈਨ G। ਹੁਣ ਆ ਬੜਾ ਜਿਹੜਾ ਹੈਗਾ ਇੰਪੋਰਟੈਂਟ ਸਵਾਲ ਹੈ। ਡਾਊਨਵਰਡ ਐਕਸਲਰੇਸ਼ਨ, ਜੇ ਆਪਾਂ ਨੀਚੇ ਆ ਰਹੇ ਹਾਂ A ਐਕਸਲਰੇਸ਼ਨ ਨਾਲ, ਜੇ ਉਹ G ਨਾਲੋਂ ਜ਼ਿਆਦਾ ਹੋ ਜੇ, ਹੁਣ ਦੇਖੋ R2 ਕਾਹਦੇ ਬਰਾਬਰ ਸੀ ਆਪਣਾ, mg ਮਾਈਨਸ ma ਇੱਥੋਂ। ਹੁਣ ਜੇ A ਜਿਹੜਾ ਹੈਗਾ ਉਹ G ਨਾਲੋਂ ਵੱਡਾ ਹੋ ਜੇ ਤਾਂ ਕੀ ਹੋ ਜਾਊਗਾ, ਆ ਵੱਡੀ ਹੋ ਜੂਗੀ ਕੁਆਂਟਿਟੀ, ਆ ਛੋਟੀ ਹੋ ਜੂ, ਮਤਲਬ ਆਨਸਰ ਕਾਹਦੇ ਵਿੱਚ ਆਊਗਾ, ਨੈਗੇਟਿਵ ਵਿੱਚ। ਨੋਰਮਲ ਰਿਐਕਸ਼ਨ ਕਾਹਦੇ ਵਿੱਚ ਆਊਗੀ, ਨੈਗੇਟਿਵ ਵਿੱਚ। ਤਾਂ R2 ਬਿਕਮ ਨੈਗੇਟਿਵ, ਐਪਰੈਂਟ ਵੇਟ ਆਫ ਏ ਪਰਸਨ ਬਿਕਮ ਨੈਗੇਟਿਵ, ਇਨ ਇਵੈਂਟ ਪਰਸਨ ਵਿਲ ਰਾਈਜ਼ ਫਰੋਮ ਦਾ ਫਲੋਰ ਆਫ ਦਾ ਲਿਫਟ। ਮਤਲਬ ਕਿ ਅਸੀਂ ਵੈਸੇ ਤਾਂ ਜਦੋਂ ਆਪਾਂ ਨੋਰਮਲੀ ਲਿਫਟ 'ਚ ਉੱਪਰ ਤੋਂ ਨੀਚੇ ਨੂੰ ਆਉਂਦੇ ਹਾਂ ਯੂਨੀਫਾਰਮ ਮੋਸ਼ਨ 'ਚ, ਸਾਡੇ ਪੈਰ ਕਦੇ ਵੀ ਲਿਫਟ ਨੂੰ ਛੱਡਦੇ ਨਹੀਂ। ਪਰ ਇਸ ਕੇਸ ਕੀ ਹੋ ਜੂਗਾ, R2 ਨੈਗੇਟਿਵ ਹੋ ਜੂਗੀ ਤਾਂ ਅਸੀਂ ਹਵਾ ਦੇ ਵਿੱਚ ਉੱਡਣਾ ਸ਼ੁਰੂ ਕਰ ਜਾਵਾਂਗੇ। ਸਾਡੇ ਜਿਹੜੇ ਪੈਰ ਨੇ, ਜਿਹੜਾ ਪਰਸਨ ਹੈ ਉਹ ਰਾਈਜ਼ ਕਰ ਜੂਗਾ ਫਲੋਰ ਆਫ ਦਾ ਲਿਫਟ ਤੋਂ, ਅਤੇ ਸਟਿਕ ਟੂ ਦਾ ਸੀਲਿੰਗ ਆਫ ਦਾ ਲਿਫਟ। ਅਤੇ ਕਾਹਦੇ ਨਾਲ ਚਿਪ ਜੂਗਾ ਜਾ ਕੇ, ਉਹਦਾ ਸਿਰ ਕਾਹਦੇ ਨਾਲ ਲੱਗ ਜੂਗਾ ਉੱਪਰ ਜਾ ਕੇ, ਲਿਫਟ ਦੇ ਨਾਲ ਲੱਗ ਜੂਗਾ। ਮਤਲਬ ਜੇਕਰ ਅਸੀਂ ਐਕਸਲਰੇਸ਼ਨ ਆਫ ਗ੍ਰੈਵਿਟੀ ਜਿਹੜਾ ਸਮਾਲ g ਹੈ ਉਹਦੇ ਨਾਲੋਂ, ਉਹਦੀ ਵੈਲਿਊ ਹੁੰਦੀ ਹੈ 9.8, ਸਮਾਲ g ਦੀ ਵੈਲਿਊ ਹੁੰਦੀ ਹੈ 9.8 ਮੀਟਰ ਪਰ ਸੈਕਿੰਡ ਸਕੁਏਅਰ। ਜੇ ਉਹਦੇ ਨਾਲੋਂ ਜ਼ਿਆਦਾ ਐਕਸਲਰੇਸ਼ਨ 'ਤੇ ਨੀਚੇ ਨੂੰ ਆਵਾਂਗੇ ਤਾਂ ਪਰਸਨ ਜਿਹੜਾ ਹੈ ਉਹ ਉੱਪਰ ਨੂੰ, ਭਾਵੇਂ ਉਹ ਲਿਫਟ ਨੀਚੇ ਨੂੰ ਆ ਰਹੀ ਹੈ ਪਰ ਪਰਸਨ ਜਿਹੜਾ ਹੈਗਾ ਲਿਫਟ ਦੇ ਵਿੱਚ, ਇਨਸਾਈਡ ਦਾ ਲਿਫਟ, ਉਹ ਉੱਪਰ ਨੂੰ ਮੂਵ ਕਰੂਗਾ, ਉਹ ਲਿਫਟ ਦੇ ਨਾਲ ਛੱਤ ਨੂੰ ਲੱਗ ਜੂਗਾ। ਮਤਲਬ ਉਹਦੇ ਪੈਰ ਨੇ ਜਿਹੜੇ ਉਹ ਲਿਫਟ ਦੇ ਫਰਸ਼ ਨਾਲੋਂ ਉੱਪਰ ਉੱਠ ਜਾਣਗੇ। ਇਹ ਵੀ ਆਪਣੇ ਫਿਲਮਾਂ ਦੇ ਵਿੱਚ ਆਮ ਤੌਰ 'ਤੇ ਦੇਖਿਆ, ਲਿਫਟ ਜਦੋਂ ਅਚਾਨਕ ਨੀਚੇ ਨੂੰ ਗਿਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਜਦੋਂ ਸਾਡਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਤੋਂ ਜ਼ਿਆਦਾ ਹੋਊਗਾ ਤਾਂ ਅਸੀਂ ਲਿਫਟ ਦੇ ਫਰਸ਼ ਨਾਲੋਂ ਸਾਡੇ ਪੈਰ ਦਾ ਜਿਹੜਾ ਕੰਟੈਕਟ ਆ ਉਹ ਖਤਮ ਹੋ ਜਾਊਗਾ, ਅਸੀਂ ਉੱਪਰ ਨੂੰ ਜਾਣਾ ਸ਼ੁਰੂ ਕਰ ਦਾਂਗੇ। ਤਾਂ ਇਹ ਇੰਪੋਰਟੈਂਟ ਟੌਪਿਕ ਸੀਗਾ, ਐਪਰੈਂਟ ਵੇਟ ਆਫ ਏ ਮੈਨ ਇਨ ਲਿਫਟ ਔਰ ਐਲੀਵੇਟਰ। ਤਾਂ ਜੇਕਰ ਇਹਨੂੰ ਇੱਕ ਵਾਰ ਦੇਖ ਕੇ ਸਮਝ ਨਾ ਲੱਗਿਆ ਤਾਂ ਤੁਸੀਂ ਬਾਰ-ਬਾਰ ਦੇਖ ਕੇ ਇਹਨੂੰ ਸਮਝਣਾ ਹੈ, ਠੀਕ ਹੈ। ਅਗਲਾ ਸਾਡੇ ਕੋਲ ਜਿਹੜਾ ਨੈਕਸਟ ਟੌਪਿਕ ਹੈਗਾ ਉਹ ਹੈਗਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਇਹਦੀ ਵੀ ਆਪਾਂ ਕੱਲ੍ਹ ਗੱਲ ਕੀਤੀ ਸੀ, ਜਿਹਨੂੰ ਯਾਦ ਹੋਵੇ, ਕਿ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਐਨ ਆਈਸੋਲੇਟਡ ਸਿਸਟਮ ਦ ਵੈਕਟਰ ਸਮ ਆਫ ਲੀਨੀਅਰ ਮੋਮੈਂਟਾ ਆਫ ਆਲ ਦਾ ਬੋਡੀਜ਼ of the system is conserved and not affected due to the mutual action and the reaction। ਕੀ ਮਤਲਬ, ਕਹਿੰਦਾ ਜੇਕਰ ਇੱਕ ਆਈਸੋਲੇਟਡ ਸਿਸਟਮ ਹੈ, ਸਭ ਤੋਂ ਪਹਿਲਾਂ ਆਹ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਈਸੋਲੇਟਡ ਸਿਸਟਮ, ਇਹਦਾ ਮਤਲਬ ਉਹਦਾ ਕਿਸੇ ਹੋਰ ਸਿਸਟਮ ਦੇ ਨਾਲ ਬਾਹਰੋਂ ਸੰਬੰਧ ਨਹੀਂ ਹੈਗਾ। ਮਤਲਬ ਉਹਦੇ ਅੰਦਰ ਜੋ ਵੀ ਫੋਰਸ ਇੱਕ ਵਾਰੀ ਲੱਗ ਗਈ, ਲਗਾ ਕੇ ਅਸੀਂ ਛੱਡਤਾ, ਉਸ ਤੋਂ ਇਲਾਵਾ ਉਹਦੇ ਪਰ ਹੋਰ ਕੋਈ ਫੋਰਸ ਨਹੀਂ ਲੱਗ ਰਹੀ। ਵੈਕਟਰ ਸਮ ਮਤਲਬ, ਕਿਉਂਕਿ ਇਹ ਵੈਕਟਰ ਕੁਆਂਟਿਟੀ ਹੈ ਮੋਮੈਂਟਮ, ਤਾਂ ਵੈਕਟਰ ਸਮ ਹੋਊਗਾ। ਵੈਕਟਰ ਸਮ ਸਾਨੂੰ ਪਤਾ ਨਾ, ਜਿਹੜਾ ਵੈਕਟਰਾਂ ਦਾ ਜੋੜ ਹੁੰਦਾ ਉਹ ਜਿਮੈਟ੍ਰੀਕਲੀ ਹੁੰਦਾ ਹੈ, ਟ੍ਰਾਇੰਗਲ ਵਾਲਾ ਮੋਸ਼ਨ ਜਾਂ ਪੈਰਲੋਗ੍ਰਾਮ ਵਾਲਾ ਮੋਸ਼ਨ। ਤਾਂ ਵੈਕਟਰ ਸਮ ਆਫ ਦਾ ਲੀਨੀਅਰ ਮੋਮੈਂਟਾ ਆਫ ਆਲ ਦਾ ਬੋਡੀਜ਼, ਜਿੰਨੀਆਂ ਵੀ ਇੱਕ ਸਿਸਟਮ ਦੇ ਅੰਦਰ ਬੋਡੀਜ਼ ਨੇ, ਸਾਰਿਆਂ ਦੇ ਮੋਮੈਂਟਮ ਦਾ ਜਿਹੜਾ ਵੈਕਟਰ ਸਮ ਹੈ ਉਹ ਕੰਜ਼ਰਵਡ ਹੈ। ਕੰਜ਼ਰਵਡ ਮਤਲਬ ਟੋਟਲ ਜਿਹੜਾ ਹੋਊਗਾ ਉਹਨਾਂ ਦਾ ਉਹ ਸੇਮ ਰਹੂਗਾ। ਜਿਵੇਂ ਤੁਹਾਨੂੰ ਮੈਂ ਕੱਲ੍ਹ ਐਗਜ਼ਾਮਪਲ ਦਿੱਤੀ ਸੀ ਵੀ ਆਪਾਂ ਕੈਰਮ ਬੋਰਡ ਖੇਡਦੇ ਹਾਂ, ਤਾਂ ਮੈਂ ਜਦੋਂ ਸਟਰਾਈਕਰ ਦੇ ਉੱਪਰ ਸਟਰਾਈਕ ਕਰਕੇ ਡੀਟੀਆਂ ਦੇ ਨਾਲ ਮਾਰਦਾ ਤਾਂ ਡੀਟੀਆਂ ਕੋਈ ਕਿੱਧਰ ਨੂੰ ਚਲੀ ਜਾਂਦੀ ਹੈ, ਕੋਈ ਕਿੱਧਰ ਨੂੰ ਚਲੀ ਜਾਂਦੀ ਹੈ। ਤਾਂ ਸਾਰੀਆਂ ਦਾ ਜਿਹੜਾ ਵੈਕਟਰ ਸਮ ਹੈ, ਜਿਵੇਂ ਮੈਂ ਗੱਲ ਕਰਾਂ ਸਟਰਾਈਕਰ ਮਾਰਨ ਤੋਂ ਪਹਿਲਾਂ ਸਾਰਿਆਂ ਦਾ ਮੋਮੈਂਟਮ ਦਾ ਜੋੜ ਕਿੰਨਾ, 0, ਕਿਉਂਕਿ ਸਾਰੀਆਂ ਕਾਹਦੇ ਵਿੱਚ ਸੀ, ਰੈਸਟ ਸੀ। ਸਟਰਾਈਕਰ ਲੱਗਣ ਤੋਂ ਬਾਅਦ ਵੀ ਸਾਰਿਆਂ ਦੇ ਮੋਮੈਂਟਮ ਦਾ ਜੋੜ ਕਿੰਨਾ ਆਊਗਾ, 0 ਹੀ ਆਊਗਾ। ਹੁਣ ਤੁਸੀਂ ਕਹੋਗੇ ਜੀ ਇਹ ਕਿਵੇਂ ਹੋ ਸਕਦਾ, ਡੀਟੀਆਂ ਤਾਂ ਮੂਵ ਕਰ ਗਈਆਂ, ਜਦੋਂ ਕੋਈ ਚੀਜ਼ ਮੂਵ ਕਰਦੀ ਹੈ ਉਹਦੀ ਵੈਲੋਸਿਟੀ ਹੋਊਗੀ, ਜੇ ਵੈਲੋਸਿਟੀ ਹੋਊਗੀ ਤਾਂ ਮੋਮੈਂਟਮ ਹੋਊਗਾ, ਪਰ ਸਾਰਿਆਂ ਦਾ ਜੋੜ ਮੋਮੈਂਟਮ ਦਾ 0 ਕਿਵੇਂ ਹੋ ਸਕਦਾ ਹੈ। ਉਹ ਤੁਸੀਂ ਜੇਕਰ ਧਿਆਨ ਨਾਲ ਦੇਖੋ, ਇੱਕ ਡੀਟੀ ਜੇਕਰ ਇਸ ਡਾਇਰੈਕਸ਼ਨ 'ਚ ਜਾਂਦੀ ਹੈ, ਦੂਜੀ ਡੀਟੀ ਉਹ ਇਸ ਡਾਇਰੈਕਸ਼ਨ 'ਚ ਚਲੀ ਜਾਂਦੀ ਹੈ, ਕੋਈ ਇਸ ਡਾਇਰੈਕਸ਼ਨ 'ਚ ਚਲੀ ਜਾਂਦੀ ਹੈ, ਕੋਈ ਇਸ ਡਾਇਰੈਕਸ਼ਨ 'ਚ। ਜੇ ਆਪਾਂ ਵੈਕਟਰ ਦਾ ਜਿਹੜਾ ਹੁੰਦਾ ਡਾਇਰੈਕਸ਼ਨ ਦੇ ਨਾਲ ਸੰਬੰਧ ਹੁੰਦਾ ਹੈ, ਜਦੋਂ ਵੈਕਟਰ ਸਮ ਕਰਾਂਗੇ ਇਹਦਾ ਮੋਮੈਂਟਮ ਇਹਦੇ ਨਾਲ ਕੈਂਸਲ ਹੋ ਗਿਆ, ਇਹਦਾ ਮੋਮੈਂਟਮ ਇਹਦੇ ਨਾਲ ਕੈਂਸਲ ਹੋ ਗਿਆ, ਕਿਉਂਕਿ ਉਲਟ ਨੇ, ਇਹ ਇਕੁਅਲ ਅਤੇ ਬਰਾਬਰ ਨੇ। ਮੰਨ ਲਿਆ ਆਪਾਂ ਨੇ ਵੀ ਇਹਦਾ ਮੋਮੈਂਟਮ ਇਹਦੇ ਬਰਾਬਰ ਹੈ, ਇਹਦਾ ਮੋਮੈਂਟਮ ਇਹਦੇ ਬਰਾਬਰ ਹੈ, ਠੀਕ ਹੈ। ਤਾਂ ਬਰਾਬਰ ਅਤੇ ਉਲਟ ਨੇ, ਤਾਂ ਚਾਰਾਂ ਦੇ ਮੋਮੈਂਟਮ ਦਾ ਜੋੜ ਕਿੰਨਾ ਆ ਜਾਊਗਾ, 0 ਆ ਜਾਊਗਾ। ਤਾਂ ਉਸ ਕੇਸ 'ਚ ਜਿੰਨਾ ਮੋਮੈਂਟਮ ਸਿਸਟਮ ਦਾ ਪਹਿਲਾਂ ਸੀ ਇੱਕ ਦੂਜੇ ਨਾਲ ਟਕਰਾਉਣ ਤੋਂ ਪਹਿਲਾਂ, ਓਨਾ ਹੀ ਮੋਮੈਂਟਮ ਸਿਸਟਮ ਦਾ ਇੱਕ ਦੂਜੇ ਨਾਲ ਟਕਰਾਉਣ ਤੋਂ ਬਾਅਦ ਵਿੱਚ ਹੋਊਗਾ, ਅਕੋਰਡਿੰਗ ਟੂ ਦਾ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ, ਇਹਦੇ ਉੱਪਰ ਬੇਸਡ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹੜੀਆਂ ਸਾਨੂੰ ਸਮਝਣੀਆਂ ਨੇ।
कहता दस एन आइसोलेटेड सिस्टम म्यूचुअल फोर्सिस बिटवीन द पेयर्स ऑफ पार्टिकल इन सिस्टम कैन cause change in the linear momentum of the individual particle, but as the mutual force for each pair is equal and opposite, the linear momentum change cancel in the pair। ਕੀ ਕਹਿੰਦਾ ਕਿ ਜਿਹੜੇ ਕਿਸੇ ਸਿਸਟਮ ਦੇ ਜਿਹੜੇ ਪਾਰਟੀਕਲ ਨੇ ਉਹ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਨੇ, ਫੋਰਸ ਲਗਾਉਂਦੇ ਨੇ। ਹੁਣ ਤੁਹਾਨੂੰ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਨਿਊਟਨ ਦੇ ਥਰਡ ਨਿਯਮ ਅਨੁਸਾਰ ਫੋਰਸਿਸ ਕਦੇ ਵੀ ਸਿੰਗਲ 'ਚ ਨਹੀਂ ਲੱਗਦੀਆਂ, ਸਿਸਟਮ 'ਚ ਲੱਗਦੀਆਂ, ਇਹ ਪੇਅਰ 'ਚ ਲਾਉਂਦੀਆਂ ਨੇ। ਜੇ ਇੱਕ ਬੋਡੀ ਨੇ ਦੂਜੀ ਬੋਡੀ ਉੱਪਰ ਫੋਰਸ ਲਾਈ ਹੈ ਤਾਂ ਦੂਜੀ ਨੇ ਪਹਿਲੀ ਉੱਪਰ ਵੀ ਫੋਰਸ ਲਾਈ ਹੈ, ਤਾਂ ਦੋਨੇ ਫੋਰਸ ਬਰਾਬਰ ਹੋਣਗੀਆਂ। ਬਰਾਬਰ ਫੋਰਸ ਯਾਦ ਕਰੋ ਨਿਊਟਨ ਦਾ ਸੈਕਿੰਡ ਨਿਯਮ, ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫੋਰਸ। ਜੇ ਬਰਾਬਰ ਫੋਰਸ ਲੱਗੀ ਹੈ ਤਾਂ ਮੋਮੈਂਟਮ ਵੀ ਬਰਾਬਰ ਚੇਂਜ ਹੋਊਗਾ, ਪਰ ਕਿਉਂਕਿ ਫੋਰਸਿਸ ਨੇ ਜਿਹੜੀਆਂ ਓਪੋजिट ਲੱਗ ਰਹੀਆਂ ਨੇ ਤਾਂ ਮੋਮੈਂਟਮ ਵੀ ਓਪੋजिट ਹੋਣਗੇ। ਤਾਂ ਇਹਦਾ ਮਤਲਬ ਦੋਨਾਂ ਦੇ ਬੋਡੀ ਵਿੱਚ ਮੋਮੈਂਟਮ ਜਿਹੜਾ ਚੇਂਜ ਹੋਇਆ, ਦੋਨਾਂ ਦੇ ਮੋਮੈਂਟਮ ਦੇ ਚੇਂਜ ਦਾ ਜੋੜ ਕੀ ਹੋਊਗਾ? 0 ਹੋਊਗਾ। ਤਾਂ ਇਹਦਾ ਮਤਲਬ ਚਾਹੇ ਜਿੰਨੇ ਮਰਜ਼ੀ ਪਾਰਟੀਕਲ ਹੋਣ ਸਿਸਟਮ 'ਚ ਇੱਕ ਦੂਜੇ ਨਾਲ ਉਹ ਇੰਟਰੈਕਟ ਕਰ ਰਹੇ ਹੋਣ, ਤਾਂ ਜੇਕਰ ਸਿਸਟਮ ਦਾ ਪਹਿਲਾ ਮੋਮੈਂਟਮ 0 ਹੈ, ਆਫਟਰ ਇੰਟਰੈਕਸ਼ਨ ਕਰਨ ਤੋਂ ਬਾਅਦ ਵੀ ਉਹਨਾਂ ਦਾ ਮੋਮੈਂਟਮ ਕੀ ਹੋਊਗਾ? 0 ਹੀ ਹੋਊਗਾ। So but as the mutual force for each pair are equal and opposite, thus a linear momentum change cancel in the pair and total linear momentum remain unchanged. So total linear momentum of isolated system of interacting particle is conserved। Very important ਇਹ definition है, total linear momentum of an isolated system। isolated मतलब ਜਿਹਦਾ ਇਕੱਲਾ ਹੈ, ਬਾਹਰੋਂ ਕੋਈ ਕੰਟੀਨਿਊਸ ਫੋਰਸ ਨਹੀਂ ਲੱਗ ਰਹੀ, ਲਗਾਤਾਰ ਫੋਰਸ ਨਹੀਂ ਲੱਗ ਰਹੀ, ऑफ द इंटरैक्टिंग पार्टिकल इज़ कंजर्वड। ਇਹਨੂੰ ਤੁਸੀਂ ਐਵੇਂ ਸਮਝ ਸਕਦੇ ਹੋ, ਸਾਡੇ ਘਰ 'ਚ ਪੱਖਾ ਲੱਗਿਆ ਹੁੰਦਾ, ਦੇਖੋ ਪੱਖੇ ਨੂੰ ਤੁਸੀਂ ਆਪਾਂ ਚਲਾ ਕੇ ਛੱਡ ਦਿੰਦੇ ਹਾਂ, ਠੀਕ ਹੈ, ਇੱਕ ਵਾਰੀ ਹੱਥ ਨਾਲ ਗੇੜਾ ਦੇ ਕੇ ਛੱਡ ਦਿੰਦੇ ਹਾਂ, ਥੋੜ੍ਹੇ ਟਾਈਮ ਬਾਅਦ ਉਹ ਰੁਕ ਜਾਂਦਾ, ਠੀਕ ਹੈ, ਜਿਸ ਸਟੇਟ ਸੀ ਉਸੇ ਸਟੇਟ 'ਚ ਵਾਪਸ ਆ ਜਾਂਦਾ ਹੈ। ਪਰ ਜੇਕਰ ਆਪਾਂ ਚਾਹੁੰਦੇ ਹਾਂ ਕਿ ਪੱਖਾ ਲਗਾਤਾਰ ਚੱਲਦਾ ਰਹੇ ਤਾਂ ਪੱਖੇ ਨੂੰ ਆਪਾਂ ਲਗਾਤਾਰ ਸਾਨੂੰ ਬਿਜਲੀ ਦੀ ਸਪਲਾਈ ਦੇਣੀ ਪੈਂਦੀ ਹੈ, ਠੀਕ ਹੈ, ਬਿਜਲੀ ਲਗਾਤਾਰ ਸਪਲਾਈ ਦਿੰਦੇ ਹਾਂ ਤਾਂ ਪੱਖਾ ਲਗਾਤਾਰ ਚੱਲਦਾ ਹੈ। ਉਹ ਇੱਕ ਆਈਸੋਲੇਟਡ ਸਿਸਟਮ ਨਹੀਂ ਹੈਗਾ, ਉਹਦੇ ਵਿੱਚ ਲਗਾਤਾਰ ਕੀ ਹੋ ਰਹੀ ਹੈ? ਐਨਰਜੀ ਸਪਲਾਈ ਕੀਤੀ ਜਾ ਰਹੀ ਹੈ, ਫੋਰਸ ਲਗਾਈ ਜਾ ਰਹੀ ਹੈ, ਤਾਂ ਉਸ ਵਿੱਚ ਉਸ ਕੇਸ 'ਚ ਇਹ ਲਾਗੂ ਨਹੀਂ ਹੋਊਗਾ। ਹੁਣ ਜਿਵੇਂ ਜਹਾਜ਼ ਉੱਡਦਾ, ਜਹਾਜ਼ ਦੇ ਉੱਡਣ ਵਾਸਤੇ ਲਗਾਤਾਰ ਜਿਹੜਾ ਹੈਗਾ ਉਹ ਬਾਲਣ ਬਾਲਿਆ ਜਾਂਦਾ ਹੈ, ਤਾਂ ਜਿਸ ਕਰਕੇ ਉਹ ਜਹਾਜ਼ ਲਗਾਤਾਰ ਜਿਹੜਾ ਉਹ ਉੱਡਦਾ ਰਹਿੰਦਾ, ਉਹਨੂੰ ਆਪਾਂ ਆਈਸੋਲੇਟਡ ਸਿਸਟਮ ਨਹੀਂ ਕਹਿ ਸਕਦੇ ਹੈਗੇ। ਹਾਂਜੀ ਬੇਟਾ, ਤਾਂ ਇਹ ਜਿਹੜਾ ਟੋਟਲ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦਾ ਜਿਹੜਾ ਇਹ ਪ੍ਰਿੰਸੀਪਲ ਹੈ ਬਹੁਤ ਇੰਪੋਰਟੈਂਟ ਹੈ। ਇਹਦਾ ਪ੍ਰੂਫ ਕੀ ਹੈ? ਹੁਣ ਆਪਾਂ ਨੂੰ ਪ੍ਰੂਫ ਕਿਵੇਂ ਕਰ ਸਕਦੇ ਹਾਂ? ਤਾਂ ਕੰਸੀਡਰ ਕਰ ਲਓ, ਕਹਿੰਦਾ ਸਾਡੇ ਕੋਲ ਇੱਕ ਆਈਸੋਲੇਟਡ ਸਿਸਟਮ ਹੈ। ਆਈਸੋਲੇਟਡ ਮਤਲਬ ਸਮਝ ਲਓ ਕਿ ਜਿਹਦੇ ਵਿੱਚ ਕੋਈ ਬਾਹਰੋਂ ਫੋਰਸ ਕੰਟੀਨਿਊਸਲੀ ਨਹੀਂ ਲੱਗ ਰਹੀ ਹੈਗੀ, ਠੀਕ ਹੈ, ਇੱਕ ਬੰਦ ਸਿਸਟਮ। ਜਿਵੇਂ ਆਪਾਂ ਕਹਿੰਦੇ ਹਾਂ ਕਿ ਕੈਰਮ ਬੋਰਡ ਜਿਹੜਾ ਹੈਗਾ ਇੱਕ ਆਈਸੋਲੇਟਡ ਸਿਸਟਮ ਹੈ, ਜਿਹਦੇ ਵਿੱਚ ਡੀਟੀਆਂ ਪਈਆਂ ਨੇ, ਸਟ੍ਰਾਈਕਰ ਪਏ ਨੇ, ਉਹਦੇ ਵਿੱਚ ਜੇਕਰ ਫੋਰਸ ਲੱਗਦੀ ਉਹ ਸਿਰਫ ਇੱਕ ਵਾਰੀ ਲੱਗਦੀ ਹੈ, ਉਸ ਤੋਂ ਪਹਿਲਾਂ ਟੋਟਲ ਮੋਮੈਂਟਮ 0 ਹੈ। ਸਟ੍ਰਾਈਕਰ ਲੱਗਣ ਤੋਂ ਪਹਿਲਾਂ, ਟਕਰਾਉਣ ਤੋਂ ਬਾਅਦ ਡੀਟੀਆਂ ਦਾ ਜੇਕਰ ਅਸੀਂ ਟੋਟਲ ਮੋਮੈਂਟਮ ਕੱਢਾਂਗੇ ਤਾਂ ਉਹ ਵੀ ਕੀ ਹੋਊਗਾ? 0 ਹੋਊਗਾ। ਜਾਂ ਜੇ ਆਪਾਂ ਕਹਾਂਗੇ ਵੀ ਜਿੰਨਾ ਪਹਿਲਾਂ ਸੀ ਉਨਾ ਹੀ ਬਾਅਦ 'ਚ ਹੋਊਗਾ, ਆਪਸ 'ਚ ਮਿਊਚੁਅਲ ਇੰਟਰੈਕਟ ਕਰਨ ਤੋਂ ਬਾਅਦ ਲਗਾਤਾਰ ਸਪਲਾਈ ਨਹੀਂ ਮਿਲ ਰਹੀ। ਤਾਂ ਲੈਟ ਅਸ ਕੰਸੀਡਰ ਐਨ ਆਈਸੋਲੇਟਡ ਸਿਸਟਮ। ਦੋ ਬੋਡੀਜ਼ ਨੇ A ਅਤੇ B, ਉਹਨਾਂ ਦਾ ਇਨੀਸ਼ੀਅਲ ਮੋਮੈਂਟਮ ਕਿੰਨਾ ਹੈ? A ਦਾ ਹੈਗਾ PA, B ਦਾ ਹੈਗਾ PB, ਠੀਕ ਹੈ। ਉਹ ਕੋਲਾਈਡ ਕਰਦੀਆਂ ਨੇ, ਇੱਕ ਦੂਜੇ ਨਾਲ ਟਕਰਾਉਂਦੀਆਂ ਨੇ ਦੋਨੇ ਬੋਡੀਜ਼, ਵੈਰੀ ਸਮਾਲ ਟਾਈਮ ਡੈਲਟਾ T ਟਾਈਮ ਵਾਸਤੇ ਇੱਕ ਦੂਜੇ ਨਾਲ ਟਕਰਾਉਂਦੀਆਂ ਨੇ। ਤਾਂ ਚੇਂਜ ਹੋ ਕੇ ਮੋਮੈਂਟਮ ਕੀ ਹੋ ਗਿਆ? PA ਡੈਸ਼ ਅਤੇ PB ਡੈਸ਼, ਇਹਦਾ ਮੋਮੈਂਟਮ ਚੇਂਜ ਹੋ ਕੇ PA ਡੈਸ਼ ਅਤੇ PB ਡੈਸ਼ ਹੋ ਗਿਆ। ਹੁਣ ਜਦੋਂ ਟਕਰਾਈਆਂ ਨੇ ਤਾਂ ਫੋਰਸ ਵੀ ਲਗਾਈ ਹੋਊਗੀ, ਤਾਂ ਮੰਨ ਲਓ FAB ਫੋਰਸ ਲੱਗੀ ਹੈ ਔਨ A ਬਾਏ B, ਔਨ A, ਮਾੜਾ ਜਿਹਾ ਧਿਆਨ ਨਾਲ, ਔਨ A ਜਿਹੜਾ ਪਹਿਲਾ ਅੱਖਰ ਹੈ ਉਹਦੇ ਉੱਪਰ ਲੱਗੀ ਹੈ, ਕਿਹਨੇ ਲਾਈ ਹੈ? B 'ਤੇ। ਇਹ ਆਪਾਂ ਨੇ ਮੰਨ, ਇੱਕ ਗੱਲ ਧਿਆਨ ਰੱਖਿਓ ਕਿ ਆਪਾਂ ਨੂੰ ਐਸੀ ਰੱਟਾ ਨਹੀਂ ਮਾਰਨਾ ਹੁੰਦਾ, ਇਹ ਆਪਾਂ ਨੇ ਮੰਨਣਾ ਹੈ। ਮੈਨੂੰ ਐ ਵੀ ਮੰਨ ਸਕਦਾ ਕਿ FAB ਇਜ਼ ਦਾ ਫੋਰਸ ਅਪਲਾਈਡ ਬਾਏ A ਔਨ B, ਠੀਕ ਹੈ। ਬੁੱਕ 'ਚ ਕੀ ਲਿਖਿਆ ਹੈ? ਫੋਰਸ ਅਪਲਾਈਡ ਬਾਏ B ਔਨ A। ਇਹ ਤੁਸੀਂ ਮੰਨਣਾ ਹੈ, ਪਰ ਇਹਨੂੰ ਲਿਖਣਾ ਹੁੰਦਾ ਕਿ ਕੀ ਮੰਨਿਆ ਮੈਂ। ਤਾਂ ਇਹਦੇ ਵਿੱਚ ਬੁੱਕ 'ਚ ਕੀ ਹੈ ਕਿ FAB ਕੀ ਹੈ? ਫੋਰਸ ਔਨ A ਬਾਏ B। FBA ਕੀ ਹੈ? ਤਾਂ ਫੋਰਸ ਔਨ B ਬਾਏ A। ਹੁਣ ਆਪਾਂ ਨੂੰ ਪਤਾ ਹੈ ਜਿਹੜਾ ਆਪਾਂ ਪੜ੍ਹ ਚੁੱਕੇ ਹਾਂ ਇੰਪਲਸ, ਤਾਂ ਫੋਰਸ AB A ਦੇ ਉੱਪਰ ਲੱਗੀ ਹੈ ਡੈਲਟਾ T ਟਾਈਮ ਵਾਸਤੇ। ਜੇ ਜਿਹੜੀ ਫੋਰਸ A 'ਤੇ ਲੱਗੀ ਹੈ ਤਾਂ ਕਿਹਦਾ ਮੋਮੈਂਟਮ ਚੇਂਜ ਕਰੂ? A ਦਾ। ਕਿੰਨਾ ਹੋਊ? ਬਾਅਦ ਵਾਲਾ ਕਿੰਨਾ? PA ਡੈਸ਼। ਪਹਿਲਾਂ ਵਾਲਾ ਕਿੰਨੇ ਸੀਗਾ? PA, ਠੀਕ ਹੈ ਜੀ। ਇਹ ਵੈਕਟਰ ਨੇ। ਫੋਰਸ BA ਕਿਹਦੇ ਉੱਪਰ ਲੱਗੀ ਹੈ? B ਦੇ ਉੱਪਰ। ਕਿੰਨੇ ਟਾਈਮ ਵਾਸਤੇ? ਡੈਲਟਾ T ਵਾਸਤੇ। ਮੋਮੈਂਟਮ ਕਿਹਦੇ ਚੇਂਜ ਕਰੂ? ਜਿਹਦੇ ਉੱਪਰ ਫੋਰਸ ਲੱਗੀ ਹੈ। B ਦੇ ਉੱਪਰ ਲੱਗੀ ਹੈ PB ਡੈਸ਼ ਅਤੇ PB
मोमेंट चेंज मोमेंटम। हुण थर्ड ला की कहंदा आपां नूं, थर्ड ला की कहंदा कि एफ ए बी ते एफ बी ए की ने बराबर ने, पर माइनस दे नाल बराबर ने, उल्ट ते बराबर। तो यदा मतलब ये दोनों भी बराबर होंगे, इधरला पासा भी बराबर होगा, क्यों तो यह होगा पी ए डैश माइनस पी ए बराबर होगा पी बी डैश माइनस पी बी। पर एक दे मूरे की लगूगी माइनस, जिदे मर्जी मूरे लगा दो माइनस। जब मैं खोलूँगा तो की बनूगा पी ए डैश प्लस पी ए माइनस पी ए इज इक्वल टू माइनस पी बी डैश, माइनस माइनस की हो गया प्लस पी बी। तो मैं इसनूं चक के इधर ले जाना, इसनूं चक के इधर ले आना, तो की बन गया पी ए डैश, ये माइनस वाला इधर आके हो गया प्लस का पी बी डैश, पी बी इधर माइनस का सी पी ए इधर आके प्लस का हो गया, प्लस पी बी पहले ही पिया सीगा। हुण आ की सी मोमेंटम आफ्टर कोलिजन, ये की सी मोमेंटम बिफोर कोलिजन। ਇਹਦਾ मतलब टोटल मोमेंटम कोलिजन तो पहला जिन्ना सी उन्ना ही टोटल मोमेंटम की है कोलिजन तो बाद है। इनू बोलते हैं कंजरवेशन, कंजर्वड, कि टोटल मोमेंटम की है कंजर्वड है, मतलब बदलिया नहीं, जिन्ना पहला सी कोलिजन तो उन्ना ही कोलिजन तो बाद है। तो बहुत ही इंपॉर्टेंट आर्टिकल है, इसनू ध्यान नाल जिहड़ा हैगा वो समझ लो। सिर्फ 4 अक्षर ने, कुछ भी नहीं किया अपने मन्निया कि एक दो बॉडीज़ ने ए ते बी, एक दा मोमेंटम पी ए है, दूजे का पी बी है, उन्होंने एक दूजे नाल की करते हैं कोलाइड करते हैं डेल्टा टी टाइम वास्ते। तो मोमेंटम ए का बन गया पी ए डैश, बी का बन गया पी बी डैश। हुण जे कोलाइड करिए तो फोर्स भी लगूगी, एफ ए बी लगी है तो एफ बी ए लगी है। ए बी मतलब ए दे उपर लगी है, बी ने लाई है, एफ बी ए का मतलब बी दे उपर लगी है, ए ने लाई है। तो इंपल्स वाला फार्मूला इसनूं याद होगा, फोर्स गुना टाइम बराबर है चेंज इन मोमेंटम। तो एफ ए बी मतलब ए ते फोर्स लगी है, डेल्टा टी गुना टाइम ना लगी है, तो मोमेंटम किहदा बदलू जिहदे पर फोर्स लगी है। मोमेंटम बदलू मतलब बाद वाला माइनस पहला वाला। सिमिलरली बी वास्ते न्यूटन का तीजा नियम की कहता है, दोनों फोर्स बराबर होंदियां ने ते उल्ट होंदियां ने, उहदे विच मुल भरता, इहनूं सिंपल कर लिया तो साडे कोल प्रूव हो गया कि मोमेंटम आफ्टर कोलिजन बराबर है टोटल मोमेंटम बिफोर कोलिजन। हुण इहदे उपर बेस्ड बहुत सारियां एप्लीकेशन ने जिहड़ियां पेपर दे विच पुछीआं जांदियां ने, क्वेश्चन बनाए जाते हैं। प्रैक्टिकल एप्लीकेशन ऑफ प्रिंसीपल ऑफ कंजरवेशन ऑफ लीनियर मोमेंटम, पहला है रिकॉइलिंग ऑफ ए गन। कल भी आप इस चीज़ की गल की सी, गन का रिकॉइल होना। रिकॉइल मतलब गन जो आप गोली चलाने तो बंदूक पिछे नूं झटका मारती है, क्यों? तो वह आंसर आप कल भी दिता सीगा। वह आंसर कल वाले बहुत सारे क्वेश्चन जोड़े अज आप करांगे कल वाले नाल जुड़ते हैं, ठीक है। उन्होंने आंसर न्यूटन के तीजे नियम तो भी दिते जा सकते हैं, तो उन्होंने आंसर जिहड़ा हैगा साडे कोले लॉ ऑफ कंजरवेशन ऑफ लीनियर मोमेंटम उत्थों भी दिते जा सकते हैं। तो जिवें रिकॉइलिंग ऑफ द गन है कि मान लो साडे कोल एक गन है, ठीक है, ਉਹਦੇ ਵਿੱਚ एक बुलेट है, जो ਆਪਾਂ ने गन ते बुलेट वो पे ने तो दोनों की वेलोसिटी कितनी है, 0 है। जे वेलोसिटी 0 है तो गन का मोमेंटम भी 0 तो बुलेट का मोमेंटम भी 0। इनिशियली जी गन है, इनिशियली जी गन है, ठीक है, वो अंदर बुलेट हैगी है, बुलेट काहदे विच है, रैस्ट च है, तो जी साडी गन है वो भी रैस्ट च है। तो दोनों मान लो बुलेट का मास है स्मॉल एम, गन का मास है एम, बुलेट की वेलोसिटी 0 है, गन की वेलोसिटी भी की है 0, दोनों खड़े ने, ठीक है। तो टोटल मोमेंटम की होगा, मोमेंटम की होता है मास इनटू वेलोसिटी। तो मास चाहे जिन्ना मर्जी है, जो वेलोसिटी 0 है तो एम गुणा 0 की हो जाऊगा 0। तो गन का मोमेंटम भी 0 है, बुलेट का भी 0 है। पर जदों गोली चल पी, गोली निकल गई बंदूक चों बाहर, अगे नूं जा रही है, इस डायरैक्शन च गोली जा रही है अगे नूं, तो इहदी वेलोसिटी हैगी है, इहदी वेलोसिटी है v, अगे नूं जा रही है, तो मोमेंटम भी की होऊगा। जे पहले मास तो देखो 0 है नहीं गा, किसी भी चीज़ का मास कदे 0 हुंदा नहीं, तो मास तो हैगा ही है, तो मास तो हुण वेलोसिटी भी हैगी इहदी, तो मोमेंटम हो गया। हुण पर क्योंकि दोनों का मोमेंटम पहला शुरुआत कितना सी 0, दोनों का जोड़ कितना सी 0, तो हुण जे गोली अगे नूं गई है तो यदा मोमेंटम हैगा। पर लॉ ऑफ कंजर ऑफ मोमेंटम की कहता है कि जिन्ना मोमेंटम गोली चलण तो पहला सी टोटल 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 मतलब दोनों का गन ते गोली का, उन्ना ही
मोमेंटम बाद दे विच होना चाहिए गोली चलण तो बाद च। हुण जे गोली अगे नूं गई है, ਉਹਦਾ मोमेंटम इस डायरैक्शन च है, तो ਉਹਦੇ इस मोमेंटम नूं जीरो करन वास्ते बंदूक नूं गन नूं ਉਹਦੀ उल्ट दिशा विच जाना पऊगा। मान लो किन्नी वेलोसिटी नाल v नाल, ये छोटा v लिखिया सी मैंने इत्थे लिखिया बड़ा v, तो ਇਹਦਾ मोमेंटम की होगा बड़ा m गुणा बड़ा v। हुण जिन्नी स्पीड नाल गोली अगे नूं गई है कि बंदूक भी उन्नी स्पीड नाल पिछे नूं जाऊगी? आंसर है नहीं, पता ही आपां नूं। जे जिन्नी बंदूक स्पीड नाल जे गोली अगे नूं गई है तो गोली चलाउण वाला जिहदे पर अपनी गोली चलाई है वो तो मरूगा ही मरूगा, जिन्हें चलाई है वो भी मरूगा, क्योंकि जिन्नी गोली दे वजण का कारण जिहड़ी मौत हुंदी है वो स्पीड करके हुंदी है। जे बंदूक भी उन्नी स्पीड नाल पिछे नूं जाऊगी तो जिहड़ा बंदा चला रहा है तो वो भी मर जूगा, वो भी बहुत ज़्यादा सੱਟ लगूगी। ठीक है, तो उन्नी स्पीड क्यों नहीं होंदी? क्योंकि गोली का मास बंदूक के मुकाबले बहुत घੱਟ होंदा है। गोली का मास ग्रामां दे विच है, बंदूक का ग्राम जिहड़ा मास है वो किलोग्रामां दे विच है। हुण टोटल मोमेंटम पहला कितना है? 0, बाद च कितना है? MV गोली का ते MV गन का। हुण मैंने कढ़ना की है? आ कढ़ना है भी बंदूक किन्नी वेलोसिटी नाल किन्नी स्पीड नाल पिछे नूं आऊगी। तैनूं आपां चक के इधर नूं ले जाने MV प्लस का सी, इधर आके की हो गया माइनस, इधर 0 सी, 0 के विचों माइनस करो तो कुछ उन्नी आऊगा। MV कढ़ना की है V, तो माइनस MV बटा M। तो इस फार्मूले तो मैं की कर सकदा, इनू बोलांगे वेलोसिटी ऑफ रिकॉयल कि गन किन्नी वेलोसिटी नाल पिछे नूं झटका मारूगी। हुण ये वेलोसिटी विच जिहड़ा ये वाला M है, गन वाला M, ये रेसिप्रोकल है, उल्ट है। मतलब जिन्नी गन भारी है तो उन्ना ही झटका उन्हें की मारना है, घट मारना है। ठीक है, तो ये वेलोसिटी हमेशा की होगी? घट होगी बहुत ज़्यादा, किहदे नालों? गोली की वेलोसिटी के नालों। तो माइनस निशान की शो करता है? आ माइनस की शो कर रहा है? माइनस ये शो कर रहा है कि जिधर नूं गोली गई है बंदूक उदों उल्ट दिशा विच जाती है। दूजा है वाइल फायरिंग गन मस्ट बी हैल्ड टाइटली टू द शोल्डर, कि जो आप गोली चलाने तो साडी जिहड़ी गन है उन्होंने आपां नूं मोढे नाल टाइटली हैल्ड करना चाहिए, टाइटली इनू नाल लगाना चाहिए। क्यों लगाना चाहिए? मोढे दे नाल क्यों लगाना चाहिए टाइटली? हुणे आपां ने उपर पढ़िया है कि जो गोली अगे नूं चलदी है तो गन पिछे नूं झटका मारती है। जेकर मोढे ते गन का जिहड़ा बट हुंदा है, पिछला भाग जिहनूं आपां बोलदे गन का बट, जे उहदे विच गैप होऊगा तो जो गन झटका मारूगी पिछे नूं तो बट जिहड़ा हैगा वो तुहाडे मोढे दे नाल जाके टकरा जाऊगा, तो तुहाडा जिहड़ा मोढा वो सीरीयसली इंजर हो जू। पर जेकर तुहाडे जिहड़ा गन का बट है वो तुहाडे मोढे दे नाल लग्या होया है, ठीक है, तो हुण तुहाडा जिहड़ा मोढा है उस गन का एक पार्ट बन गया, एक सिस्टम बन गया, उन्हें सपोर्ट मिल गई। तो जो पिछे नूं झटका मारूगा तो वह हुण टकराऊगा नहीं, जाके पिछे जाके जगह नहीं हैगी, जिस करके सौ झटका जिहड़ा साडे कोले वो सानू बहुत घट महसूस हो गया, क्योंकि सानू झटका हुण पूरी बॉडी ते महसूस होगा। पहला वो झटका लगना सी सीधा बट ने टकरा के जाके मोढे नाल टकराना सीगा, तो साडे मोढे के उपर बहुत ज़्यादा सੱਟ लगनी सी। जिवें लिखिया ने दिस वुड सेव हर्टिंग द शोल्डर, इहदे नाल साडे मोढे ते सੱਟ लगन तो बच जाती है। वैन गन इज़ हैल्ड टाइटली बॉडी ऑफ द शूटर एंड द गन बिहेव वन बॉडी। देखो इत्थे ने बहुत इंपॉर्टेंट गल लिखी है कि जो अपनी गन अपने मोढे ते नाल लगा ली तो जिहड़ी गन ते बॉडी इक्को सिस्टम वांगू बिहेव करू। हुणे अपने ये पढ़िया है कि जिहड़ी वेलोसिटी ऑफ रिकॉयल है वो गन दे मास दे रेसिप्रोकल है। जो गन मेरे मोढे नाल जुड़ गई तो हुण वेलोसिटी ऑफ रिकॉयल मेरे कल्ले बंदूक ते काम नहीं करूगी, वो पूरे बॉडी ते काम करूगी। तुहानूं बॉडी का मास बहुत ज़्यादा हुंदा है तो सानूं जिहड़ी ये वेलोसिटी है बहुत घट महसूस होगी। सो द टोटल मास बिकम लार्ज, देयर फॉर रिकॉयल वेलोसिटी ऑफ द बॉडी एंड गन बिकम टू स्मॉल, बहुत घट जूगी, वो बहुत घट महसूस होगी सानूं वेलोसिटी। फ्लाइट ऑफ ए रॉकेट एंड जैट प्लेन, ये आपां कल भी कीता सीगा न्यूटन के थर्ड ला तो, उत्थों भी इहदा जवाब दे सकते हैं, इत्थों भी दे सकते हैं। इन रॉकेट एंड जैट प्लेन फ्यूल इज़ बरंट इन द प्रेजेंस ऑफ सम ऑक्सीडाइजिंग एजेंट इन द कंबशन चैम्बर। जो कोई भी फ्यूल बलदा है, तुहानूं पता होना चाहिए कि फ्यूल के जलन वास्ते एक ऑक्सीडाइजिंग एजेंट चाहिए होंदा जिहड़ा ऑक्सीजन प्रोवाइड करता है, जिवें हवा दे विचों सानूं ऑक्सीजन मिलती है अग लगन वास्ते। आपां छोटी क्लासां में पढ़िया द हॉट एंड हाईली कंप्रैस्ड गैसिज अस्केप थ्रू द नैरो ओपनिंग। तो जो अग लगती है तो बहुत सारी गर्म तो हाई प्रैशर दी जिहड़ी गैसां ने वो पिछे जिहड़ी एक नैरो ओपनिंग होंदी है, इंजन दे विच जिहड़ी गैसां निकलण दी जगह होंदी है उहदे विचों दी बाहर निकलदियां ने विद वैरी लार्ज वेलोसिटी। एज ए रिजल्ट ऑफ इट escaping gases acquire a large backward momentum। कहता मतलब जो गैसां हुण देखो जो इंजन दे विच
ਬਾਲਣ ਤਾਂ ਪਹਿਲਾਂ ਵੀ ਪਿਆ, ਪਰ ਜਦੋਂ ਉਹਨੂੰ ਅੱਗ ਨਹੀਂ ਲੱਗੀ ਤਾਂ ਸਾਡਾ ਜਿਹੜਾ ਐਰੋਪਲੇਨ ਹੈ ਜਾਂ ਸਾਡਾ ਰੋਕਟ ਉਹ ਖੜ੍ਹਾ ਹੈ। ਤਾਂ ਗੈਸਾਂ ਦਾ ਮੋਮੈਂਟਮ ਵੀ ਜ਼ੀਰੋ ਹੈ, ਜੇ ਆਪਾਂ ਕਹੀਏ ਫਿਊਲ ਦਾ ਮੋਮੈਂਟਮ ਵੀ ਜ਼ੀਰੋ ਹੈ, ਐਰੋਪਲੇਨ ਅਤੇ ਰੋਕਟ ਦਾ ਮੋਮੈਂਟਮ ਵੀ ਕੀ ਹੈ, ਜ਼ੀਰੋ ਹੈ। ਪਰ ਜਦੋਂ ਇੱਕ ਵਾਰੀ ਅੱਗ ਲੱਗ ਗਈ, ਗੈਸਾਂ ਬਹੁਤ ਤੇਜ਼ੀ ਨਾਲ ਰੋਕਟ ਦੇ ਜਾਂ ਐਰੋਪਲੇਨ ਦੇ ਇੰਜਨ ਤੋਂ ਪਿਛਲੇ ਪਾਸੋਂ ਬਹੁਤ ਤੇਜ਼ੀ ਨਾਲ ਬਾਹਰ ਨੂੰ ਨਿਕਲੀਆਂ, ਤਾਂ ਉਹਨਾਂ ਦਾ ਮੋਮੈਂਟਮ ਪਹਿਲਾਂ ਤਾਂ ਕੀ ਸੀਗਾ, ਜ਼ੀਰੋ। ਹੁਣ ਗੈਸਾਂ ਨੇ ਜਿਹੜੀਆਂ ਉਹ ਬਹੁਤ ਤੇਜ਼ੀ ਨਾਲ ਪਿੱਛੇ ਨੂੰ ਗਈਆਂ, ਤਾਂ ਉਸਦੇ ਮੋਮੈਂਟਮ ਨੂੰ ਜ਼ੀਰੋ ਕਰਨ ਵਾਸਤੇ ਰੋਕਟ ਨੂੰ ਅੱਗੇ ਨੂੰ ਜਾਣਾ ਪਊਗਾ। ਠੀਕ ਹੈ, ਗੈਸਾਂ ਦਾ ਮੋਮੈਂਟਮ ਬੈਕਵਰਡ ਸਾਈਡ ਦੇ ਵਿੱਚ ਹੈ, ਤਾਂ ਉਸ ਮੋਮੈਂਟਮ ਨੂੰ ਜ਼ੀਰੋ ਕਰਨ ਵਾਸਤੇ, ਤਾਂ ਜੋ ਮੋਮੈਂਟਮ ਨੂੰ ਜ਼ੀਰੋ ਕੀਤਾ ਜਾ ਸਕੇ, ਤਾਂ ਜੋ ਦੋਨੇ ਮੋਮੈਂਟਮਾਂ ਦਾ ਜੋੜ ਕੀ ਆਵੇ, ਦੋਨੇ ਮੋਮੈਂਟਮਾਂ ਦਾ ਜੋੜ ਜ਼ੀਰੋ ਆਵੇ, ਤਾਂ ਇਹ ਕਰਨ ਵਾਸਤੇ ਰੋਕਟ ਨੂੰ ਜਾਂ ਐਰੋਪਲੇਨ ਨੂੰ ਕੀ ਕਰਨਾ ਪਊਗਾ, ਅੱਗੇ ਨੂੰ ਜਾਣਾ ਪਊਗਾ। ਸੋ escaping gases acquire a large backward momentum. This in turn ਇਹਦੇ ਬਦਲੇ ਵਿੱਚ impart an equal forward momentum to the rocket. ਤਾਂ ਗੈਸਾਂ ਦੇ ਪਿੱਛੇ ਜਾਣ ਕਰਕੇ ਰੋਕਟ ਨੂੰ ਫਾਰਵਰਡ ਮੋਮੈਂਟਮ ਮਿਲਦਾ ਹੈ, ਅੱਗੇ ਨੂੰ ਉਹਦੇ ਉਲਟ ਡਾਇਰੈਕਸ਼ਨ 'ਚ ਮੋਮੈਂਟਮ ਮਿਲਦਾ ਹੈ, ਅਕੋਰਡਿੰਗ ਵਿਦ ਦਾ ਲਾ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਵੈਨ ਏ ਮੈਨ ਜੰਪ ਆਊਟ ਆਫ ਦ ਬੋਟ ਟੂ ਦ ਸ਼ੋਰ। ਹੁਣ ਇੱਕ ਆਦਮੀ ਜਿਹੜਾ ਹੈ ਕਿਸ਼ਤੀ ਤੋਂ ਇੱਕ ਬੋਟ ਦੇ ਵਿੱਚ, ਤੁਸੀਂ ਜੇਕਰ ਕਦੇ ਬੋਟ 'ਚ ਬੈਠੇ ਹੋਵੋ ਤਾਂ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਬੋਟ ਤੋਂ ਅਸੀਂ ਕਿਨਾਰੇ 'ਤੇ ਜਾਂਦੇ ਹਾਂ, ਜਿਵੇਂ ਆ ਕਿਨਾਰਾ ਹੈਗਾ, ਕਿਨਾਰੇ ਉੱਪਰ ਅਸੀਂ ਜੰਪ ਲਗਾਉਣਾ ਹੈ, ਇੱਕ ਵਿਅਕਤੀ ਜਦੋਂ ਬੋਟ ਦੇ ਵਿੱਚ ਖੜ੍ਹਾ ਹੁੰਦਾ ਹੈ, ਠੀਕ ਹੈ, ਤਾਂ ਬੋਟ ਦੇ ਵਿੱਚ ਖੜ੍ਹਾ ਹੁੰਦਾ ਹੈ, ਤਾਂ ਉਹ ਜਦੋਂ ਬੋਟ ਤੋਂ ਕਿਨਾਰੇ ਵੱਲ ਜੰਪ ਲਗਾਉਂਦਾ ਹੈ ਤਾਂ ਹਮੇਸ਼ਾ ਕੀ ਹੈ, ਬੋਟ ਪਿੱਛੇ ਨੂੰ ਚਲੀ ਜਾਂਦੀ ਹੈ, ਬੋਟ ਜਿਹੜੀ ਹੈਗੀ ਹੈ ਬੈਕਵਰਡ ਮੂਵ ਕਰ ਜਾਂਦੀ ਹੈ। ਕਿਉਂ ਬੈਕਵਰਡ ਮੂਵ ਕਿਉਂ ਕਰੀ? ਕਿਉਂਕਿ ਪਹਿਲਾਂ ਆਦਮੀ ਅਤੇ ਬੋਟ ਜਿਹੜੇ ਹੈਗੇ ਨੇ ਉਹ ਖੜ੍ਹੇ ਨੇ, ਰੈਸਟ 'ਚ ਨੇ, ਦੋਨਾਂ ਦਾ ਮੋਮੈਂਟਮ ਕੀ ਹੋ ਗਿਆ, ਜ਼ੀਰੋ ਹੋ ਗਿਆ। ਆਦਮੀ ਨੇ ਜੰਪ ਕਰਤਾ ਬੋਟ ਤੋਂ ਕਿਨਾਰੇ 'ਤੇ, ਠੀਕ ਹੈ, ਤਾਂ ਕੀ ਹੋ ਗਿਆ, ਹੁਣ ਆਦਮੀ ਦਾ ਮੋਮੈਂਟਮ ਇਸ ਡਾਇਰੈਕਸ਼ਨ 'ਚ ਹੋਊਗਾ, ਆਦਮੀ ਦਾ ਮੋਮੈਂਟਮ ਇਸ ਡਾਇਰੈਕਸ਼ਨ 'ਚ ਹੋਊਗਾ। ਪਰ ਕਿਉਂਕਿ ਪਹਿਲਾਂ ਦੋਨਾਂ ਦਾ ਮੋਮੈਂਟਮ ਜ਼ੀਰੋ ਸੀ, ਤਾਂ ਇਸ ਮੋਮੈਂਟਮ ਨੂੰ ਕੈਂਸਲ ਕਰਨ ਲਈ ਬੋਟ ਵੀ ਇੱਕ ਮੋਮੈਂਟਮ ਅਕਵਾਇਰ ਕਰੂਗੀ, ਆਪਣੇ ਅੰਦਰ ਪੈਦਾ ਕਰੂਗੀ, ਅਤੇ ਉਸ ਮੋਮੈਂਟਮ ਦੀ ਡਾਇਰੈਕਸ਼ਨ ਆਦਮੀ ਦੇ ਮੋਮੈਂਟਮ ਦੇ ਕੀ ਹੋਊਗੀ, ਉਲਟ ਹੋਊਗੀ, ਤਾਂ ਬੋਟ ਜਿਹੜੀ ਹੈਗੀ ਆ ਪਿੱਛੇ ਨੂੰ ਚਲੀ ਜਾਊਗੀ। ਤਾਂ ਇਸੇ ਕਰਕੇ ਜਦੋਂ ਆਦਮੀ ਬੋਟ ਤੋਂ ਜੰਪ ਕਰਦੇ ਨੇ ਕਿਨਾਰੇ ਵੱਲ, ਬੜਾ ਸੋਚ ਕੇ ਜੰਪ ਕਰਨਾ ਪੈਂਦਾ, ਥੋੜ੍ਹਾ ਜਿਹਾ ਐਕਸਟਰਾ ਫੋਰਸ ਲਾਉਣੀ ਪੈਂਦੀ ਹੈ। ਜੇਕਰ ਘੱਟ ਫੋਰਸ ਲਗਾਵਾਂਗੇ ਤਾਂ ਜਦੋਂ ਆਪਾਂ ਜੰਪ ਤਾਂ ਕਰਦੇ ਹਾਂ ਅਸੀਂ ਸੋਚ ਕੇ, ਜਿਵੇਂ ਨੋਰਮਲ ਅਸੀਂ ਜੰਪ ਕਰੀਏ, ਖੜੀ ਜ਼ਮੀਨ ਤੋਂ ਜੰਪ ਕਰੀਏ, ਜ਼ਮੀਨ ਤੋਂ ਵਿਚਾਲੇ ਕੋਈ ਜਗ੍ਹਾ ਹੋਵੇ, ਕੋਈ ਗੈਪ ਹੋਵੇ, ਜਿਵੇਂ ਵੱਡਾ ਨਾਲਾ ਹੋਵੇ, ਉਹਨੂੰ ਆਪਾਂ ਜੰਪ ਕਰਦੇ ਹਾਂ, ਅਤੇ ਜੇਕਰ ਉਨੀ ਕੁ ਫੋਰਸ, ਉਨਾ ਕੁ ਗੈਪ ਹੋਵੇ ਅਤੇ ਕਿਨਾਰੇ ਬੋਟ ਤੋਂ ਕਿਨਾਰੇ 'ਤੇ ਜੰਪ ਕਰਨਾ ਹੋਵੇ, ਤਾਂ ਜ਼ਮੀਨ ਤੋਂ ਜ਼ਮੀਨ ਜੰਪ ਕਰਨ ਦੇ ਵਿੱਚ ਘੱਟ ਫੋਰਸ ਲੱਗੂਗੀ, ਪਰ ਬੋਟ ਤੋਂ ਕਿਨਾਰੇ 'ਤੇ ਜੰਪ ਕਰਨ 'ਚ ਵੱਧ ਫੋਰਸ ਲੱਗੂਗੀ। ਉਹਦਾ ਕਾਰਨ ਇਹ ਹੈ ਕਿਉਂਕਿ ਥੋੜ੍ਹਾ ਜਿਹੀ ਜਿਹੜੀ ਹੈਗੀ ਹੈ, ਜਿਹੜੀ ਸਾਡੀ ਬੋਟ ਆ ਉਹ ਪਿੱਛੇ ਨੂੰ ਚਲੀ ਜਾਂਦੀ ਹੈ, ਤਾਂ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਉਹਨਾਂ ਦੇ ਸੱਟ ਲੱਗ ਜਾਂਦੀ ਹੈ, ਜੇਕਰ ਉਹ ਸਹੀ ਤਰੀਕੇ ਨਾਲ ਗੈਸ ਕਰਕੇ ਫੋਰਸ ਨਹੀਂ ਲਗਾਉਂਦੇ ਜਾਂ ਮੋਮੈਂਟਮ ਨਹੀਂ ਲਗਾਉਂਦੇ। ਤਾਂ ਇਹ ਲਿਖਿਆ ਕਿ ਬੋਟ ਇਜ਼ ਪੁਸ਼ਡ ਸਲਾਈਟਲੀ ਅਵੇ ਫਰੋਮ ਦਾ ਸ਼ੋਰ। ਬੋਟ ਜਿਹੜੀ ਥੋੜ੍ਹੀ ਜਿਹੀ ਪਿੱਛੇ ਨੂੰ ਹੋ ਜਾਂਦੀ ਹੈ, ਮੋਮੈਂਟਮ ਆਫ ਦਾ ਬੋਟ ਇਜ਼ ਇਕੁਅਲ ਐਂਡ ਓਪੋਜ਼ਿਟ ਟੂ ਦੈਟ ਆਫ ਦਾ ਅਕੋਰਡਿੰਗ ਵਿਦ ਦਾ ਆਫ ਦਾ ਮੈਨ ਇਨ ਅਕੋਰਡੈਂਸ ਵਿਦ ਦਾ ਲਾ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਤਾਂ ਜਿਹੜਾ ਬੋਟ ਦਾ ਮੋਮੈਂਟਮ ਹੈ, ਥੋੜ੍ਹਾ ਜਿਹੜੇ ਪਿੱਛੇ ਨੂੰ ਗਈ, ਉਹ ਓਨੇ ਮੋਮੈਂਟਮ ਨਾਲ ਹੀ ਗਈ ਹੈ ਜਿੰਨੇ ਮੋਮੈਂਟਮ ਨਾਲ ਆਦਮੀ ਅੱਗੇ ਨੂੰ ਗਿਆ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਦਮੀ ਦਾ ਮਾਸ ਹੈ ਜਿਹੜਾ ਉਹ ਬੋਟ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ, ਤਾਂ ਆਦਮੀ ਸਾਨੂੰ ਤੇਜ਼ੀ ਨਾਲ ਅੱਗੇ ਨੂੰ ਜਾਂਦਾ ਨਜ਼ਰ ਆਉਂਦਾ ਹੈ, ਪਰ ਬੋਟ ਸਾਨੂੰ ਉਨੀ ਤੇਜ਼ੀ ਨਾਲ ਪਿੱਛੇ ਨੂੰ ਜਾਂਦੀ ਹੋਈ ਨਜ਼ਰ ਨਹੀਂ ਆਉਂਦੀ। ਫਿਰ ਆ ਗਿਆ ਐਕਸਪਲੋਜ਼ਨ ਆਫ ਏ ਬੰਬ। ਹੁਣ ਇਹ ਬੜਾ ਇੰਪੋਰਟੈਂਟ ਜਿਹਾ ਕੁਐਸਚਨ ਹੈ। ਹੁਣ ਇੱਕ ਬੰਬ ਹੈ, ਤੁਸੀਂ ਦੀਵਾਲੀ 'ਤੇ ਸਾਰੇ ਬੰਬ ਚਲਾਉਂਦੇ ਹੋ, ਹੁਣ ਇੱਕ ਬੰਬ ਹੈ, ਉਹਨੂੰ ਆਪਾਂ ਅੱਗ ਲਾ ਦੇ ਕੇ ਛੱਡ ਦਿੰਦੇ ਹਾਂ, ਤਾਂ ਪਹਿਲਾ ਬੰਬ ਇੱਕ ਜਗ੍ਹਾ 'ਤੇ ਪਿਆ ਧਰਤੀ ਦੇ ਉੱਪਰ, ਤਾਂ ਉਹਦਾ ਮੋਮੈਂਟਮ ਕਿੰਨਾ, ਟੋਟਲ ਮੋਮੈਂਟਮ ਹੈਗਾ ਜ਼ੀਰੋ, ਠੀਕ ਹੈ। ਪਰ ਜਦੋਂ ਇਹ ਬੰਬ ਫਟਦਾ ਹੈ, ਜਦੋਂ ਇਹ ਬੰਬ ਨੂੰ ਅੱਗ ਲੱਗ ਜਾਂਦੀ ਹੈ ਅਤੇ ਫਟਦਾ ਹੈ, ਤਾਂ ਤੁਸੀਂ ਕਦੇ ਆਪਾਂ ਕੰਧਾਂ ਦੇ ਪਿੱਛੇ ਲੁਕ ਜਾਂਦੇ ਹਾਂ, ਤਾਂ ਕਈ ਵਾਰੀ ਆਪਣੇ ਕੋਈ ਨਾ ਕੋਈ ਬੰਬ ਦਾ ਬਚਿਆ ਹੋਇਆ ਹਿੱਸਾ ਵੀ ਕਿਸੇ ਬੱਚੇ ਦੇ ਉੱਪਰ ਲੱਗਦਾ ਹੈ। ਕਾਰਨ ਜਦੋਂ ਬੰਬ ਫਟੂਗਾ ਤਾਂ ਇਹਦਾ ਫਟਣ ਤੋਂ ਬਾਅਦ ਵੀ ਮੋਮੈਂਟਮ ਕੀ ਹੋਣਾ ਚਾਹੀਦਾ, ਜ਼ੀਰੋ। ਪਰ ਆਪਾਂ ਨੂੰ ਪਤਾ ਹੈ ਕਿ ਜਦੋਂ ਬੰਬ ਫਟਦਾ ਤਾਂ ਉਹਦੇ ਭਾਗ ਨੇ, ਜਿਹੜੇ ਹਿੱਸੇ ਨੇ, ਉਹ ਬਹੁਤ ਤੇਜ਼ੀ ਨਾਲ ਆਸੇ ਪਾਸੇ ਡਾਇਰੈਕਸ਼ਨ 'ਚ ਖਿੱਲਰ ਜਾਂਦੇ ਨੇ। ਪਰ ਜੋ ਇਸ ਤਰੀਕੇ ਨਾਲ ਖਿੱਲਰਦੇ ਨੇ, ਜੇ ਇੱਕ ਹਿੱਸਾ ਇੱਧਰ ਨੂੰ ਗਿਆ ਤਾਂ ਉਹਦੇ ਉਲਟ ਇੱਕ ਹਿੱਸਾ ਇੱਧਰ ਨੂੰ ਵੀ ਗਿਆ ਹੋਊਗਾ, ਜੇ ਇੱਕ ਹਿੱਸਾ ਇਸ ਤਰਫ ਗਿਆ ਹੈ ਤਾਂ ਇੱਕ ਹਿੱਸਾ ਉਨੀ ਹੀ ਵੈਲੋਸਿਟੀ ਨਾਲ, ਜਾਂ ਜੇਕਰ ਮਾਸ ਦਾ ਦੇਖੋ, ਇਹ ਤਾਂ ਨਹੀਂ ਹੁੰਦਾ ਕਦੇ ਕਦੇ ਕਿ ਸਾਰੇ ਜਿਹੜਾ ਬੰਬ ਹੈ ਉਹਦੇ ਸਾਰੇ ਹਿੱਸੇ ਇੱਕੋ ਜਿੰਨੇ ਮਾਸ ਦੇ ਹੁੰਦੇ ਨੇ, ਕੋਈ ਵੱਡਾ ਟੁਕੜਾ ਵੀ ਹੋਊਗਾ, ਹੋ ਸਕਦਾ ਇੱਧਰਲਾ ਛੋਟਾ ਹੋਵੇ, ਪਰ ਜੇ ਇੱਧਰਲਾ ਵੱਡਾ ਹੈ ਤਾਂ ਇਹ ਘੱਟ ਵੈਲੋਸਿਟੀ ਨਾਲ ਜਾਊਗਾ, ਇੱਧਰਲਾ ਛੋਟਾ ਹੈ
ਇਹ ਉਹਦੇ ਮੁਕਾਬਲੇ ਜ਼ਿਆਦਾ ਵੈਲੋਸਿਟੀ ਨਾਲ ਜਾਊਗਾ। ਤਾਂ ਸਾਰੇ ਟੁਕੜੇ ਇਸ ਤਰੀਕੇ ਨਾਲ ਉੱਡਣਗੇ ਕਿ ਉਹਨਾਂ ਦੇ ਜੋੜਿਆਂ ਦਾ ਮੋਮੈਂਟਮ ਕੀ ਹੋ ਜਾਊਗਾ, ਜਾਂ ਸਾਰਿਆਂ ਦਾ ਟੋਟਲ ਦਾ ਮੋਮੈਂਟਮ ਕੀ ਹੋ ਜਾਊਗਾ, ਬੰਬ ਦੇ ਫਟਣ ਤੋਂ ਬਾਅਦ 0 ਹੋਊਗਾ। ਕਿਉਂਕਿ ਪਹਿਲਾਂ ਫਟਣ ਤੋਂ ਪਹਿਲਾਂ ਦਾ ਮੋਮੈਂਟਮ ਕੀ ਹੈ, 0 ਹੈ। ਤਾਂ ਜਿਵੇਂ ਲਿਖਿਆ ਨੇ, when a bomb fall vertically downward, horizontal velocity is 0 and hence horizontal momentum is 0. When bomb explode, its pieces are scattered horizontally in the different directions so that the vector sum of the momentum of all the pieces become 0 in accordance with the law of conservation of linear momentum. ਇਹ ਗੱਲ ਕਰ ਰਿਹਾ ਦੂਜੇ ਬੰਬ ਦੀ ਜੋ ਆਪਾਂ ਜੰਗ ਦੇ ਵਿੱਚ ਲਗਾਏ ਜਾਂਦੇ ਨੇ, ਕਿ ਇੱਕ ਬੰਬ ਜਿਹੜਾ ਅਸੀਂ ਜਹਾਜ਼ ਤੋਂ ਸਿੱਟਤਾ ਨੀਚੇ ਨੂੰ, ਤਾਂ ਹੁਣ ਇਹ ਬੰਬ ਨੀਚੇ ਨੂੰ ਆ ਰਿਹਾ ਹੈ, ਤਾਂ ਇਹਦੀ ਹੌਰੀਜ਼ੈਂਟਲ ਵੈਲੋਸਿਟੀ ਦਾ ਕੋਈ ਹੈ ਨਹੀਂ, ਇਹਦੀ ਵਰਟੀਕਲ ਵੈਲੋਸਿਟੀ ਹੈ, ਸਿਰਫ ਵਰਟੀਕਲ ਮੋਸ਼ਨ ਕਰ ਰਿਹਾ। ਹੌਰੀਜ਼ੈਂਟਲ ਧਰਤੀ ਦੇ ਪੈਰਲਲ ਤਾਂ ਕੋਈ ਮੋਸ਼ਨ ਨਹੀਂ ਕਰ ਰਿਹਾ, ਤਾਂ ਇਹਦਾ ਹੌਰੀਜ਼ੈਂਟਲ ਮੋਮੈਂਟਮ ਤਾਂ ਹੈਗਾ 0, ਹੈ ਹੀ ਨਹੀਂਗਾ। ਵਰਟੀਕਲ ਮੋਮੈਂਟਮ ਹੈਗਾ, ਪਰ ਜਦੋਂ ਇਹ ਬੰਬ ਫਟੂਗਾ ਇਹਦੇ ਕਈ ਭਾਗ ਹੋਣਗੇ, ਪਰ ਹਰੇਕ ਭਾਗ ਦੇ ਜੇਕਰ ਮੋਮੈਂਟਮ ਦਾ ਆਪਾਂ ਵੈਕਟਰ ਸਮ ਕਰਾਂਗੇ, ਜੋੜ ਲਾਵਾਂਗੇ, ਤਾਂ ਉਨਾ ਹੀ ਮੋਮੈਂਟਮ ਹੋਊਗਾ ਜਿੰਨੇ ਮੋਮੈਂਟਮ ਨਾਲ ਇਹ ਪੂਰਾ ਗੋਲੇ ਦਾ ਮੋਮੈਂਟਮ ਫਟਣ ਤੋਂ ਪਹਿਲਾਂ ਸੀ। ਮੰਨ ਲਓ ਇਹ ਗੋਲੇ ਦਾ ਮੋਮੈਂਟਮ ਫਟਣ ਤੋਂ ਪਹਿਲਾਂ 100 ਸੀ, ਤਾਂ ਸਾਰੇ ਹੀ ਹਿੱਸੇ ਜਿਹੜੇ ਹੋਣਗੇ ਉਹਨਾਂ ਦਾ ਫਟਣ ਤੋਂ ਬਾਅਦ ਦਾ ਮੋਮੈਂਟਮ ਵੀ ਕੀ ਹੋਊਗਾ, 100 ਹੀ ਹੋਊਗਾ। ਫਿਰ ਪਰਸਨ ਲੈਫਟ ਔਨ ਏ ਫ੍ਰਿਕਸ਼ਨਲੈਸ ਸਰਫੇਸ। ਹੁਣ ਇੱਕ ਆਦਮੀ ਨੂੰ ਆਪਾਂ ਫ੍ਰਿਕਸ਼ਨਲੈਸ ਸਰਫੇਸ ਦੇ ਉੱਪਰ ਖੜਾ ਕਰ ਦਈਏ। ਫ੍ਰਿਕਸ਼ਨਲੈਸ ਮਤਲਬ ਜਿਹਦੇ ਵਿੱਚ ਕੋਈ ਵੀ ਫ੍ਰਿਕਸ਼ਨ ਨਹੀਂ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਆਪਾਂ ਧਰਤੀ ਉੱਪਰ ਤਾਂ ਤੁਰ ਪਾਉਂਦੇ ਹਾਂ ਜੇਕਰ ਧਰਤੀ 'ਤੇ ਸਾਡੇ ਪੈਰਾਂ ਦੇ ਵਿਚਾਲੇ ਫ੍ਰਿਕਸ਼ਨ ਹੁੰਦੀ ਹੈ। ਆਪਾਂ ਨੂੰ ਪਤਾ ਹੈ, ਬਹੁਤ ਵਾਰੀ ਆਪਣੇ ਨਾਲ ਸ਼ਾਇਦ ਹੋਈ ਵੀ ਹੋਊਗੀ, ਆਪਾਂ ਤਿਲਕਣੀ ਜਗ੍ਹਾ ਤੋਂ ਜਦੋਂ ਮੀਂਹ ਪਿਆ ਹੁੰਦਾ ਹੈ, ਸਾਡੇ ਜਾਂ ਘਰ ਦੇ ਵਿੱਚ ਜਿਹੜਾ ਸੰਗੇਮਰਮਰ ਦਾ ਫਰਸ਼ ਲੱਗਿਆ ਹੁੰਦਾ, ਪਰ ਪਾਣੀ ਪਿਆ ਹੁੰਦਾ, ਤਾਂ ਸਾਡਾ ਪੈਰ ਉਹਦੇ ਉੱਪਰ ਟਿਕ ਜਾਂਦਾ, ਅਸੀਂ ਗਿਰ ਜਾਂਦੇ ਹਾਂ। ਉਹਦੇ ਗਿਰਨ ਦਾ ਕਾਰਨ ਕੀ ਹੋ ਜਾਂਦਾ, ਫਰਸ਼ ਅਤੇ ਸਾਡੇ ਪੈਰ ਦੇ ਵਿਚਾਲੇ ਫ੍ਰਿਕਸ਼ਨ ਦਾ ਬਹੁਤ ਜ਼ਿਆਦਾ ਘਟ ਜਾਣਾ। ਅਸੀਂ ਸਿਰਫ ਉਦੋਂ ਤੱਕ ਹੀ ਧਰਤੀ ਉੱਪਰ ਖੜ੍ਹ ਸਕਦੇ ਹਾਂ ਜਦ ਤੱਕ ਸਾਡੇ ਪੈਰਾਂ ਅਤੇ ਫਰਸ਼ ਦੇ ਵਿਚਾਲੇ ਇੱਕ ਖਾਸ ਮਾਤਰਾ 'ਚ ਫ੍ਰਿਕਸ਼ਨ ਦੀ ਮਾਤਰਾ ਦੀ ਵੈਲਿਊ ਨਾ ਹੋਵੇ। ਜੇਕਰ ਫ੍ਰਿਕਸ਼ਨ ਨਾ ਹੋਵੇ ਤਾਂ ਅਸੀਂ ਖੜ੍ਹ ਨਹੀਂ ਸਕਦੇ, ਅਸੀਂ ਤੁਰ ਨਹੀਂ ਸਕਦੇ, ਅਸੀਂ ਲਿਖ ਨਹੀਂ ਸਕਦੇ, ਠੀਕ ਹੈ। ਤਾਂ ਜੇਕਰ ਇੱਕ ਵਿਅਕਤੀ ਨੂੰ ਫ੍ਰਿਕਸ਼ਨਲੈਸ ਸਰਫੇਸ ਦੇ ਉੱਪਰ ਖੜ੍ਹਾ ਕੀਤਾ ਜਾਵੇ, ਤਾਂ ਜੇ ਉਸ ਬੰਦੇ ਨੇ ਉਸ ਫ੍ਰਿਕਸ਼ਨਲੈਸ ਸਰਫੇਸ ਤੋਂ ਬਾਹਰ ਆਉਣਾ ਤਾਂ ਕਿਵੇਂ ਆਊਗਾ, ਠੀਕ ਹੈ। ਜਿਵੇਂ ਕਿ ਉੱਪਰ ਸਪੇਸ ਦੇ ਵਿੱਚ ਵੀ ਜਿਹੜੇ ਐਸਟਰੋਨੌਟ ਨੇ ਇਹ ਕੰਮ ਕਰਦੇ ਨੇ, ਕਿਉਂਕਿ ਉੱਪਰ ਵੀ ਸਪੇਸ ਦੇ ਵਿੱਚ ਫ੍ਰਿਕਸ਼ਨ ਨਹੀਂ ਹੁੰਦੀ, ਕੋਈ ਏਅਰ ਨਹੀਂ ਉੱਥੇ ਹੈਗੀ, ਤਾਂ ਜਦੋਂ ਉਹਨਾਂ ਨੇ ਆਉਣਾ ਤਾਂ ਕੀ ਕਰਦੇ ਨੇ, ਉਹ ਬਲੋਇੰਗ ਏਅਰ ਆਪਣੇ ਮੂੰਹ ਦੇ ਵਿੱਚੋਂ ਹਵਾ ਨੂੰ ਬਾਹਰ ਕੱਢਦੇ ਨੇ। ਕਿੱਧਰ ਨੂੰ, ਜਿਸ ਡਾਇਰੈਕਸ਼ਨ 'ਚ ਜਾਣਾ ਹੈ ਉਹਦੇ ਉਲਟ ਡਾਇਰੈਕਸ਼ਨ 'ਚ ਉਹ ਮੂੰਹ ਦੇ ਵਿੱਚੋਂ ਹਵਾ ਨੂੰ ਮਾਰਨਗੇ ਬਾਹਰ ਨੂੰ, ਤਾਂ ਉਸ ਹਵਾ ਦੇ ਪ੍ਰੈਸ਼ਰ ਦੇ ਨਾਲ ਅਸੀਂ ਉਹਦੀ ਉਲਟ ਡਾਇਰੈਕਸ਼ਨ 'ਚ ਜਾਵਾਂਗੇ ਅਕੋਰਡਿੰਗ ਟੂ ਦਾ ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ, ਅਤੇ ਐਂਡ 'ਚ ਅਸੀਂ ਉਸ ਫ੍ਰਿਕਸ਼ਨਲੈਸ ਸਰਫੇਸ ਤੋਂ ਕੀ ਹੋ ਜਾਵਾਂਗੇ, ਬਾਹਰ ਨਿਕਲ ਜਾਵਾਂਗੇ। ਤਾਂ ਉਮੀਦ ਕਰਦਾ ਤੁਹਾਨੂੰ ਜਿਹੜੇ ਸਾਰੇ ਟੌਪਿਕ ਹੈ ਜਿਹੜਾ ਸਮਝ ਆ ਗਏ ਹੋਣੇ, ਸਾਰੀ ਐਗਜ਼ਾਮਪਲ ਸਮਝ ਆ ਗਈ ਹੋਣੀਆਂ। ਤਾਂ ਤੁਸੀਂ ਇਹਨੂੰ ਵੀਡੀਓ ਨੂੰ ਬਾਰ-ਬਾਰ ਦੇਖਣਾ ਜਦ ਤੱਕ ਤੁਹਾਨੂੰ ਸਮਝ ਨਹੀਂ ਆਉਂਦੀਆਂ, ਠੀਕ ਹੈ। ਥੈਂਕ ਯੂ।